ज्ञान अंजन गुर दिया, ज्ञान अंजन गुर दिया, ज्ञान अंजन गुर। ज्ञान अंजन गुर, ज्ञान अंजन गुर। अज्ञान अंधेर विनाश, अज्ञान अंधेर। ज्ञान अंजन गुर दिया, ज्ञान अंजन गुर। हर कृपा ते संत पेटिया, हर कृपा ते संत पेटिया। नानक मन परगास, नानक मन परगास। ज्ञान अंजन गुर दिया, ज्ञान अंजन गुर। अज्ञान अंधेर विनाश, अज्ञान अंधेर विनाश। ज्ञान अंजन गुर, ज्ञान अंजन गुर। हर कृपा ते संत पे, हर कृपा ते संत पेटिया। नानक मन परगास, नानक मन परगास। ज्ञान अंजन गुर दिया, ज्ञान अंजन, ज्ञान अंजन, ज्ञान अंजन गुर दिया। देखो पाई ज्ञान की आई आंधी, देखो पाई ज्ञान की आई आंधी। देखो पाई ज्ञान की आई आंधी, देखो पाई ज्ञान की आई आंधी। आई आंधी, आई आंधी। देखो पाई, देखो पाई, देखो पाई ज्ञान की आई आंधी। सभे उड़ानी ब्रह्म की टाटी, सभे उड़ानी ब्रह्म की टाटी। रह ना माया बांधी, रह ना माया बांधी। देखो पाई ज्ञान की आई आंधी, देखो पाई ज्ञान की आई आंधी। आई आंधी, आई आंधी।
दुचते की दोए खून गिरानी, मोह बलेंडा टूटा। मोह बलेंडा टूटा, तृष्णा छान परी धर ऊपर। तृष्णा छान परी धर, दुर्मत पांडा फूटा। दुर्मत पांडा देखो पाई ज्ञान की आई आंधी। सभे उड़ानी ब्रह्म की, सभे रहना माया बांधी। रहना माया बांधी, देखो पाई ज्ञान की आई आंधी। देखो पाई ज्ञान की आई आंधी। आंधी पाछे जो बरखे, आंधी पाछे जो जल बरखे। ते तेरा जन पीना, ते तेरा जन पीना। कह कबीर मन पया परगासा। कह कबीर उदय पान जब चीना। उदय पान जब चीना, देखो पाई ज्ञान की आई आंधी। देखो पाई ज्ञान की आई आंधी। सभे उड़ानी ब्रह्म की, सभे उड़ानी ब्रह्म की टाटी। रहना माया बांधी, रहना माया देखो पाई ज्ञान आई आंधी। देखो पाई ज्ञान की आई आंधी। आई आंधी, आई आंधी। प्यारी साध संगत जी, ਅਸੀਂ ਸਾਰੇ ਭਲੀ ਪ੍ਰਕਾਰ ਜਾਣਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਰਾਤ ਨੂੰ ਇਹ ਗੱਲ ਮੈਂ ਸਾਂਝ ਕੀਤੀ ਸੀ, ਬੇਨਤੀ ਕੀਤੀ ਸੀ ਕਿ ਜੇ ਅਸੀਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਤਾਂ ਇਸ ਤਰ੍ਹਾਂ ਅਸੀਂ ਕਈ ਸਦੀਆਂ ਤੱਕ ਮਨਾਉਂਦੇ ਰਹਾਂਗੇ। ਪਰ ਜੇਕਰ ਮਨਾਉਂਦੇ ਰਹੀਏ ਔਰ सतगुर की बाणी सत सत कर जानो गुर सिखो हर करता आप मुँहों कढ़ाए। ਜਾਂ सतगुर नो सब को देखदा जेता जगत संसार डिठे मुकत ना होवी जिचर शब्द ना करें विचार। जदों तक उसकी विचार करिए ही ना, जदों तक विचार भाव उसके लफ्जी अर्थ तो बाद भाव अर्थ समझ के उन्हां अनुसार जीवन जीवीए ही ना। अमली तौर पर जीवन वो भाव अर्थां के अनुसार जीण नूं विचार कहते हैं, केवल व्याकरण या लफ्जी अर्थां नूं विचार करना नहीं कहते हैं।
ਤੇ ਜਦੋਂ ਤੱਕ ਉਹ ਵਿਚਾਰ ਭਾਵ ਅਮਲੀ ਤੌਰ ਤੇ ਉਸ ਅਨੁਸਾਰ ਜੀਵੇ ਨਾ ਤਾਂ ਸਤਿਗੁਰ ਕੀ ਬਾਣੀ ਸਤ ਸਤ ਕਰਕੇ ਕਿਵੇਂ ਮੰਨਾਂਗੇ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਸਤ ਸਰੂਪ ਕੌਣ ਹੁੰਦਾ ਹੈ? ਸਤ, ਸਤ ਨਾਮ। ਸਤ ਕੌਣ ਹੁੰਦਾ ਹੈ? ਆਪ ਸਤ ਕੀਆ ਸਭ ਸਤ। ਆਪ ਸਤ ਕੌਣ ਹੈ? ਭਗਵਾਨ ਜੀ, ਰਾਮ ਜੀ, ਅੱਲਾ ਜੀ, ਵਾਹਿਗੁਰੂ ਜੀ, ਗੋਡ ਜੀ, ਖੁਦਾ ਜੀ। ਰੱਬ ਸਤ ਹੈ। ਆਪ ਸਤ ਕੀਆ ਸਭ ਸਤ। ਤੇ ਸੱਚੇ ਦੀ ਸੱਚੀ ਬਾਣੀ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਇਸ ਕਰਕੇ ਕੀ ਕਰੇ ਮਨੁੱਖ? ਗੁਰ ਬਾਣੀ ਬਣੀ ਹੈ। ਜੋ ਬਾਣੀ ਤੈਨੂੰ ਗੁਰ ਸਿਖਾਉਂਦੀ ਹੈ ਨਾ, ਉਸ ਅਨੁਸਾਰ ਸਿੱਖ ਜੀ ਅਤੇ ਜੀ ਕੇ ਪਤਾ ਕੀ ਬਣ ਜਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਜੀ ਦੇ ਗੁਣ ਲਈ ਜਾ ਰੋਜ਼ ਰੋਜ਼ ਤੇ ਰੱਬ ਜੀ ਦੇ ਨੇੜਤਾ ਪ੍ਰਾਪਤ ਹੁੰਦੀ ਜਾਏਗੀ। ਕਿਉਂ? ਕਿਵੇਂ? ਗੁਰਬਾਣੀ ਕਹਿੰਦੀ ਹੈ ਇਹ ਮਨ ਜੈਸਾ ਸੇਵੇ ਤੈਸੋ ਹੋਏ। ਤੇ ਜੇ ਕਿਸੇ ਨੇ ਰੱਬ ਸੇਵਿਆ ਹੋਵੇ, ਰੱਬ ਬੜਾ ਮਾਰਦਾ ਹੈ, ਬੜੀਆਂ ਪਾਪਾਂ ਦੀਆਂ ਸਜ਼ਾਵਾਂ ਦਿੰਦਾ ਹੈ, ਤੇ ਐਸਾ ਤਸੱਵੁਰ ਕਰ ਲਿਆ ਰੱਬ ਕਰਨ ਤੋਂ ਬਾਅਦ ਫਿਰ ਵੈਸੇ ਬਣ ਗਏ। ਮੈਂ ਕਿਸੇ ਨੂੰ ਨਹੀਂ ਬਖਸ਼ਣਾ। ਮੇਰੇ ਘਰ ਵਿੱਚ ਕੋਈ ਵੀ ਕੋਈ ਗਲਤੀ ਕਰੇ, ਮੇਰੇ ਜੀਵਨ ਵਿੱਚ ਰਸਤੇ ਵਿੱਚ ਕੋਈ ਵੀ ਜਿਹੜਾ ਮਨੁੱਖ ਆਏ, ਜ਼ਰਾ ਜੀ ਵੀ ਗਲਤੀ ਕਰੇ, ਮੈਂ ਉਸ ਨੂੰ ਸਜ਼ਾ ਦੇਣੀ ਹੈ। ਨੋ ਫੋਰਗਿਵਨੈਸ, ਮਾਫ ਬਿਲਕੁਲ ਨਹੀਂ ਕਰਨਾ। ਤੇ ਅਰਦਾਸ ਰੋਜ਼ ਕਰਦੇ ਹਾਂ, ਵੇਖ ਕੇ ਅਣਡਿੱਠ ਕਰਨਾ। ਰੋਜ਼ ਸਿੱਖਦੇ ਹਾਂ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਸੋ ਇਹ ਗੁਰਮਤ ਦਾ ਬੇਸਿਕ ਫੰਡਾਮੈਂਟਲ ਹੈ। ਇਹ ਮਨ ਜੈਸਾ ਸੇਵੇਂ ਤੈਸੋ ਹੋਏ। ਅਸੀਂ ਇੱਕ ਸ਼ਬਦ ਪੜ੍ਹ ਰਹੇ ਸਾਂ ਕਬੀਰ ਸਾਹਿਬ ਦਾ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਦਹਿ ਦਿਸ ਦੇ ਅਰਥ ਵੀ ਲੋਕੀ 10 ਦਿਸ਼ਾਵਾਂ ਕਰ ਲੈਂਦੇ ਨੇ। ਅਸੀਂ ਸਮਝਦੇ ਹਾਂ ਕਿ ਮੇਰੇ ਸਰੀਰ ਦੀਆਂ 10 ਦਿਸ਼ਾਵਾਂ ਨੇ, ਜਿਸ ਨੂੰ ਅਸੀਂ 9 ਦੁਆਰੇ ਦਸਮ ਦੁਆਰ ਕਹਿੰਦੇ ਹਾਂ। ਇਹ ਸਰੀਰ ਦੇ ਵੀ 10 ਇੰਦਰੇ ਗਿਆਨਿੰਦਰੇ ਨੇ। ਇਹਨਾਂ ਤੋਂ ਨਿਕਲ ਕੇ ਮੇਰਾ ਮਨ ਜਾਂਦਾ ਹੈ। ਕਦੀ ਕਿਸੇ ਵੱਲ ਦੇਖਿਆ, ਅੱਖਾਂ ਤੋਂ ਨਿਕਲ ਗਿਆ। ਕਦੇ ਕਿਸੇ ਵੱਲ ਜੀਭ ਲਟਕਾ ਕੇ ਵੇਖਿਆ, ਜੀਭ ਤੋਂ ਬਾਹਰ ਨਿਕਲ ਗਿਆ। ਕਦੇ ਕਿਸੇ ਵੱਲ ਸਪਰਸ਼ ਕਰਨ ਦੀ ਕੋਸ਼ਿਸ਼ ਕੀਤੀ, ਕਦੇ ਕਿਸੇ ਨੂੰ ਪਕੜਨ ਦੀ ਦਸਤਗੀਰੀ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਇਹ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਅੱਗੇ ਕਹਿੰਦੇ ਨੇ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਹੁਣ ਇਹ ਮਨ ਜੈਸੀ ਸੰਗਤ ਕਰਦਾ ਹੈ, ਵੈਸੇ ਵਾਲਾ ਇਹ ਪੰਛੀ ਮਨ ਜਾ ਕੇ ਉੱਥੋਂ ਚੋਗਾ ਫਲ ਚੁਗਦਾ ਰਹਿੰਦਾ ਹੈ। ਇਹ ਮਨ ਜੈਸਾ ਸੇਵੇਂ ਤੈਸੋ ਹੋਏ। ਗੁਰਬਾਣੀ ਐਸੇ ਰੱਬ ਜੀ ਦਾ ਐਡਰੈਸ ਦੱਸਦੀ ਹੈ। ਕੈਸੇ ਰੱਬ ਜੀ ਦਾ? ਜਿਨ੍ਹਾਂ ਦਾ ਕੋਈ ਵੱਖਰਾ ਘਰ ਘਾਟ ਨਹੀਂ ਹੈ। ਕੈਸੇ ਵਾਲੇ ਰੱਬ ਜੀ ਦਾ? ਜਿਨ੍ਹਾਂ ਦੇ ਬਾਰੇ ਕਹਿੰਦੇ ਆ, ਚੱਕਰ ਚਿਹਨ ਅਰ ਬਰਨ, ਜ਼ਾਤ ਅਰ ਪਾਤ ਨਹੀਂ ਨਜੈ, ਰੂਪ ਰੰਗ ਅਰ ਰੇਖ, ਭੇਖ ਕੋ ਕਹਿ ਨਾ ਸਕਤ ਕੇ। ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਛ, ਤੇ ਗੁਣ ਤੇ ਪ੍ਰਭ ਭਿੰਨ। ਉਸ ਦਾ ਰੂਪ ਰੰਗ ਰੇਖ ਤੇ ਕੋਈ ਨਹੀਂ ਹੈ। ਐਸੇ ਵਾਲਾ ਰੱਬ ਜਿਹੜਾ ਇਸ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ, ਉਸ ਨੂੰ ਰੀਅਲਾਈਜ਼ ਕਰਨਾ, ਉਸ ਦਾ ਐਡਰੈਸ ਦੱਸਣਾ, ਉਸ ਦਾ ਸੋ ਦਰ ਦੱਸਣਾ। ਦਰ ਕਿਹੜਾ ਹੈ ਉਹਦਾ? ਸੋ ਦਰ ਕਿਹਾ, ਸੋ ਘਰ ਕਿਹਾ। ਉਸ ਸੋ ਪੁਰਖ ਦੀ ਗੱਲ ਕਰਨੀ, ਉਹ ਜਿਸ ਘਰ ਵਿੱਚ ਹਮੇਸ਼ਾ ਵਿਕਾਰਾਂ ਤੋਂ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਜੈ ਘਰ ਕੀਰਤ ਆਖੀ ਹੈ, ਉਹ ਸਮਝਾਉਂਦੀ ਹੈ, ਉਹਦਾ ਐਡਰੈਸ ਦਿੰਦੀ ਹੈ ਤੇ ਦੱਸਦੀ ਹੈ ਉਹ ਅਗੰਮ ਹੈ ਰੱਬ ਜੀ, ਉਹ ਬੇਅੰਤ ਨੇ ਰੱਬ ਜੀ।
ਤਾਂ ਲਿਆ ਮੈਂ ਤੈਨੂੰ ਦੱਸਾਂ ਉਹ ਰੱਬ ਜੀ ਕਿੱਥੇ ਰਹਿੰਦੇ ਨੇ। ਅਗੰਮ ਰੂਪ ਕਾ ਮਨ ਮੈਂ ਥਾਨਾ, ਤੇਰੇ ਮਨ ਅੰਦਰ ਹਨ। ਤੇ ਗੁਰਬਾਣੀ ਮਨੁੱਖ ਨੂੰ ਰੱਬ ਦੀ ਗੱਲ ਕਰਦਿਆਂ ਕਰਦਿਆਂ ਕਹਿੰਦੀ ਹੈ, ਇਹ ਮੇਰੇ ਮਨ ਤੂੰ ਰੱਬ ਦੀ ਗੱਲ ਕਰਨਾ ਚਾਹੁੰਦਾ ਹੈ। ਹਰ ਕਾ ਬਿਲੋਵ ਨਾ ਬਿਲੋਵ ਮੇਰੇ ਭਾਈ। ਤੇ ਲਿਆ ਮੈਂ ਤੈਨੂੰ ਦੱਸਾਂ ਰੱਬ ਬਹੁਤ ਬੇਅੰਤ ਹੈ। ਅੰਤ ਕਾਰਨ ਕੇਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ। ਸੁਣ ਸੁਣ ਕੇ ਵੱਡਾ ਆਖੀ ਜਾएंगे, ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣੀ ਗਹੀਰਾ, कोई ना जाने तेरा केता केवड चीरा। तेरे बारे कोई बयान नहीं कर सकता, तू बहुत बेअंत है, इस करके तू बेअंत है, तू बेअंत है, तेरा अंत नहीं पाया जा सकता। ओ माई गॉड यू आर इनफिनिट। तो जे तू बेअंत है मैं तेरा अंत पा ही नहीं सकता। इस करके ना गुरबाणी कहती है हर का बिलोवना पता की कर, मन का विचारा। बी इंट्रोवर्ट। आप नड़ा गिरमान में सिर नीवा कर वेखना शुरू कर दे, इत्थे ही रब जी वसदे न, वसी रब हियाली है। सो सिंपल, तेरे हिरदे च वसदे ने, अपने बारे सोच। तेरे तो विछड़े कोई नहीं होए हन। जे तैनू यह गल समझ आ जाए तो तेरी अज्ञानता दा हनेरा दूर हो सकता है। ए धरती दे सारे इंसानों ताई कहते लोका मत को फक्कड़ पाए, दुनिया दे सारे लोग को मेरी गल भी फक्कड़ी च ना गवा देना। गुरु नानक पातशाह मैला पहला दीवा मेरा एक नाम कहंदे मेरी गल नूं जरा ध्यान नाल सुनो। रब दे बारे तुहानू जे कोई बयान कर रहा है तो जल की माछड़ी चढ़े खजूर वांगू वो इंपॉसिबल गल्लां बयान कर रहा है। रब बारे बयान नहीं किया जा सकता, वो बेअंत है। बहुता कहिए बहुता होए हो जाता है, वड्डा हो ही जाता है। ओदी गल ना कर है मनुख तू। पता की कर, जो रब जी दे सृष्टि विच गुण हैं ना, किवें बलिहारी कुदरत वसिया, कुदरत विच वसदे ने रब जी, अपने हुक्म नियम चलाते ने कुदरत विच वस के। बलिहारी कुदरत वसिया विच, जिसनूं कहंदे ने हुक्म रजाई चलना, जिसनूं कहंदे ने हुक्मे अंदर सब को बाहर हुक्म ना कोई। इस रब्बी नियम सिस्टम दे लॉज ऑफ नेचर जिहड़े ने, इन्हां तो बाहर कोई मनुख जी नहीं सकता। इस करके मनुख नूं क्या तू इन्हां नियमां हुक्मां नूं समझ सिख, तां की होएगा तू वैसा बनता जाएगा जैसे रब जी दे गुण हैं। बस तू वो सिखता नहीं है, तेरी टग ऑफ वार चल रही है रब जी दे नाल। रब जी कुछ और ने, मादो हम ऐसे तू ऐसा, हम पापी तुम पाप खंडन, नीको ठाकुर देसा। पर इस सारे शब्द कहते तुम करो भला हम भलो ना जाने। यू आर ऑलवेज काइंड, आई एम नेवर काइंड। पर मैं पढ़ रहा सी, God has extended his kindness to me because he wants to teach me how to extend your kindness to others। रब जी ने मनु दयालता, काइंड, चित्त वाली बिरती दिखा दिखा के मेरे ते ना अवगुण को ना चितारदा, गल सेती लायक मैनू प्यार करते ने, प्यार सिखाते ने, ताकि मैं इस धरती ते रहन वाले जियां दे नाल प्यार कर सकां, उन्हां ते दयालता कर सकां। मैं मनुखा नाल कोई दयालता नहीं करता, मनुखा नाल कुरखियत हो जाता, पर उपर वाले किसी रब जी नूं खुश करता रहता। तब पता लगता गुरु साहब कहते ने उपर वाले रब दे बदले फरीदा खालक खलक में, एक खलकत विच वसदे रब जी। तू आसमान वाले रब जी नूं खुश करन लगा है। ताई कई बारी तुसी सब ने सुनिया होना, जदों भी फिल्मां विच गल कीती जाए या साडे घरां विच सानूं कोई प्रॉब्लम आए तां असीं कहंदे ओ उपर वाले,
हाय नीचे कब आएगा। रब जी ने ऊपर वाला समझा है ना। सारे बोलो हाँ, ऊपर वाला समझाया ना। तो ऊपर वाला तो दिखता नहीं है, आसमान के ऊपर रहता है। यहाँ जो मर्जी करो, ये जग मिठा अगला किन डिठा, ताई असी अवगुणा भरपूर जीवन जींदे हाँ। पर गुरबाणी कहती है हुण ऊपर वाले नूं ना हेठां लै आओ। ये जग सच्चे की है कोठड़ी, सच्चे का विश्वास इत्थे रहिंदे ने। पर दुनिया की हज़ारां सालों तो धार्मिक फिलॉसफी चल रही है, ऊपर वाला है। जिस दिन शारीरिक तौर पर मर जाएंगे, ये चोला छोड़ देंगे, फिर भगवान जी के घर ससुराल घर जाएंगे, फिर वहां पर भगवान जी मिलेंगे ऊपर मरने के बाद। ते गुरबाणी कहती है रब जी इत्थे रहिंदे ने। आप ही सारी दुनिया कही जा रही है कण कण में भगवान है। तो ऊपर वाला कौन सा है? जो कण में नहीं है। और जो कण में है वो यहीं रहेगा, मरने के बाद ऊपर वाले के पास मिलेगा। दो भगवान हो गए। गुरबाणी था ते कहती है शुरू तो ही एक ओंकार, एको है भाई, एको है साहिब मेरा, एको है। असी दो बना ले, एक इत्थे कण में भगवान हाजर हजूर है, ज़ाहिर जरूर है वाला, एक मरने के बाद वाला जड़ा उत्ते किथे कुर्सी ला के बैठा है ते आस पास वो धर्मराज चित्रगुप्त फिरदे पे ने ते मर्जी नाल अब इसको मार दो, अब उनको अच्छा चलो बख्शिश कर दो, अच्छा इनसे बख्शिश खींच लो, अब इनको कोटा दिया हुआ था, इनका टेंडर कैंसिल कर दो। इस किस्म का रब असी बना के बैठे हुए हाँ। पर गुरबाणी कहती है वो आसमान वाले रब जी तेरे हिरदे च वसदे हैं, अपनी पड़चोल कर। तू अज्ञानता के हनेरे च वसिया होया, फसिया होया, ग्रसिया होया। हुण अज दे शब्द विच कहंदे ने श्लोक ज्ञान अंजन गुर दिया। सतगुर ज्ञान दा अंजन देंदा है, अखां च पांदियां ते अज्ञानता दा हनेरा विनाश हो जाता है। असी पाया ही नहीं, पढ़ते रहे। पढ़ना मना नहीं है, लेकिन जे पढ़न तक रहे तो गुरु साहब कहते पढ़ना गुणना संसार की कार है, ये तो लोगों की आदत है। पर पढ़े सुने क्या हुई, जो सहज ना मिलो सोई। पढ़ पर सहज भी सिख ना, पढ़न तक महदूद ना रह। क्या पढ़ी है, क्या गुणी है, क्या वेद पुराना सुनी है, पढ़े सुने क्या होई, जो सहज ना मिलियो सोई। तो सानू सहज आंदा नहीं, इस करके आम तौर पर लोग मैनू सवाल करते हैं। जो लोग बड़े धार्मिक होंदे ने, वो बड़े क्रोधी होंदे ने, उन्होंने गुस्सा बहुता क्यों चढ़ता है? बई मैं किसी के बारे की जाना, मैं लोगों के हिरदे च कोई थर्मामीटर ला के थोड़ी ना बैठा होया। गुरबाणी कहती है कि धार्मिक तेरे भाने, सोसाइटी के भाने, लोगों के भाने धार्मिक है, पर जे इनू सहज नहीं आया तो इनू क्रोध चढ़ता है। तू इनू धार्मिक पिया समझना है ना। इस करके 100 कार्ड जेडे धार्मिक होंदे ने उन्होंने गुस्सा चढ़िया ही रहिंदा, त्यूड़ी चढ़ी रहिंदी है, हसते नहीं हैं बिल्कुल भी। गुस्सा धर्म के ठेकेदार। खैर गुरबाणी कहती है तू ज्ञान का अंजन पा, तेरी अज्ञानता का हनेरा दूर हो जाएगा। हर किरपा ते संत पेटिया, संत पेटिया मीनस सच दी संगत। गुरबाणी संत दे तत्ते नूं जिथे औंकड़ लगी होवे वो एक वचन सिंगुलर का प्रतीक होंदा है, और वो होंदा है केवल रब जी दे बारे। पर जिथे संत दे तत्ते नूं औंकड़ ना लगी होवे वो प्लूरल होंदा है, बहुवचन। साध दे तत्ते नूं औंकड़ ना लगी होंदा प्लूरल बहुवचन। साधो प्लूरल बहुवचन लोकां नूं। ते ये सारी संगत नूं, नंबर ऑफ पीपल नूं, सच दी संगत नूं संत या संतन या साधो कहंदे हन या साध कहंदे हन। पर किसी एक खास डेरे वाले नूं संत साध गुरबाणी विच नहीं कहा। लेकिन जिहड़ा संत दा भेख बना के, 100 कार्ड भेख बना के लोगों नूं ठगे,
ਉਸ ਨੂੰ ਕਿਹਾ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ, ਗੱਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ। ਓਏ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ। ਤੇ ਹੁਣ ਗੁਰਬਾਣੀ ਸੰਤ ਦੀ ਡੈਫੀਨੇਸ਼ਨ ਦਿੰਦੀ ਹੈ। ਸਾਧ ਸੰਗਤ ਜੀ, ਫਿਰ ਮੈਂ ਬੇਨਤੀ ਕਰਦਿਆਂ ਰਾਤ ਵਾਲੀ ਤੁਹਾਡੇ ਅੱਗੇ, ਕਿਉਂਕਿ ਕੁਝ ਸੱਜਣ ਨਹੀਂ ਸਨ, ਉਹ ਇਹ ਕਿ ਤੁਹਾਡੇ ਕੋਲ ਤੁਹਾਡੇ ਲੋਕਰ ਦੀ, ਤੁਹਾਡੇ ਹਿਰਦੇ ਰੂਪੀ ਤੁਹਾਡੀ ਸੁਰਤ ਮਤ ਮਨ ਬੁੱਧ ਦੀ ਚਾਬੀ ਲੋਕਰ ਦੀ ਤੁਹਾਡੇ ਕੋਲ ਹੈ। ਤੁਹਾਡਾ ਚਿੱਤ ਕਰੇ ਲੋਕਰ ਵਾਂਗੂ ਆਪਣੀ ਚਾਬੀ ਲਾਓ ਤੇ ਜਿਹੜੀ ਗੱਲ ਗੁਰਮਤ ਅਨੁਸਾਰ ਸਾਂਝ ਕਰ ਰਿਹਾ ਲਾ ਕੇ ਅੰਦਰ ਪਾ ਲਵੋ। ਨਾ ਚਿੱਤ ਕਰੇ ਵਾਪਲਾ ਲੋਕਰ ਖੋਲ੍ਹ ਹੀ ਨਾ, ਅਸੀਂ ਘਰ ਚਲੇ ਜਾਵਾਂਗੇ। ਕੋਈ ਮਨ ਮੁਟਾਵ ਥੋੜੀ ਨਾ, ਕੋਈ ਰੂਸ ਰੋਸਾ ਥੋੜੀ ਨਾ ਕਿ ਸਾਡੀ ਜ਼ਰੂਰ ਬੰਨੋ। ਸਾਨੂੰ ਭੁਲੇਖਾ ਨਹੀਂ ਹੈ ਕਿ ਅਸੀਂ ਸਾਰੀ ਦੁਨੀਆ ਨੂੰ ਪਾਰ ਲਾ ਸਕਦੇ ਹਾਂ। ਹੁਣੇ ਤਾਂ ਇਹ ਕੋਸ਼ਿਸ਼ ਕਰ ਰਿਹਾ ਮੈਂ ਕੁਝ ਸਮਝ ਸਕਾਂ, ਇਹ ਵੀ ਭੁਲੇਖਾ ਨਹੀਂ ਹੈ ਮੈਨੂੰ ਸਭ ਕੁਝ ਸਮਝ ਆ ਚੁੱਕਾ ਹੈ, ਇਹ ਵੀ ਭੁਲੇਖਾ ਨਹੀਂ। ਇਸ ਕਰਕੇ ਬੇਨਤੀ ਹੈ ਜਿਹੜੀ ਗੱਲ ਪੇਸ਼ ਕਰ ਰਹੇ ਹਾਂ ਉਸ ਨੂੰ ਸਿਰਫ ਘਰ ਜਾ ਕੇ ਗੁਰਬਾਣੀ ਚੋਂ ਫਿਰ ਨਵੇਂ ਸਿਰੇ ਉਹ ਖੋਜ ਲਵੋ। ਕਿਹੜੀ ਦੇਰ ਹੋ ਗਈ ਹੈ, ਡੁੱਲੇ ਬੇਰਾਂ ਦਾ ਹੁਣੇ ਕੁਝ ਨਹੀਂ ਗਿਆ, ਫਿਰ ਖੋਜ ਕੇ ਦੇਖ ਲਓ। ਪਿਛਲੇ ਦਿਨਾਂ ਵਿੱਚ ਮੈਂ ਨਿਊਯਾਰਕ ਬੈਠਾ ਅਚਾਨਕ ਸ਼ਬਦ ਪੜ੍ਹ ਰਿਹਾ ਸੀ ਕਿ ਜਦੋਂ ਅਸੀਂ ਗਾਇਕੀ ਕਰ ਰਹੇ ਹੁੰਦੇ ਸਾਂ, ਜਦੋਂ ਅਸੀਂ ਵਿਆਖਿਆ ਕਰ ਰਹੇ ਹੁੰਦੇ ਸਾਂ ਜਾਂ ਪ੍ਰਚਾਰਕ ਵਿਆਖਿਆ ਕਰ ਰਹੇ ਹੁੰਦੇ ਨੇ ਤਾਂ ਸੰਤ ਦੀ ਡੈਫੀਨੇਸ਼ਨ ਦਿੰਦੇ ਨੇ ਜੀ ਗੁਰਬਾਣੀ 'ਚ ਆਇਆ ਸੰਤ। ਕੌਣ ਸੰਤ ਹੁੰਦੇ ਨੇ? ਉਹਨਾਂ ਦੇ ਬਾਰੇ ਕਹਿੰਦੇ ਨੇ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੇਈ ਸੰਤ। ਇਹ ਉਚਾਰਨ ਕੀਤਾ, ਅਸੀਂ ਵੀ ਇੱਦਾਂ ਹੀ ਸੁਣਿਆ ਸੀ, ਧਿਆਨ ਵੀ ਨਹੀਂ ਦਿੱਤਾ, ਪੜ੍ਹਦੇ ਵੀ ਇੰਝ ਹੀ ਸਾਂ। ਪਰ ਉਸ ਦਿਨ ਮੈਂ ਘਰ ਬੈਠਾ ਅਚਾਨਕ ਇਸ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸਾਂ। ਆਈ ਵਾਜ਼ ਅਮੇਜ਼ਡ, ਸਟੰਡ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ। ਗੁਰੂ ਸਾਹਿਬ ਕਹਿ ਰਹੇ ਨੇ ਜਿੰਨਾ ਸਾਸ ਗਿਰਾਸ ਨਾ ਵਿਸਰੈ। ਉਹ ਜਿੰਨਾ ਕੌਣ ਹੈ? ਸੱਚ ਦੀ ਸੰਗਤ ਦੇ ਇਸ ਧਰਤੀ ਦੇ ਕੋਈ ਵੀ ਮਨੁੱਖ, ਜਿਨ੍ਹਾਂ ਮਨੁੱਖਾਂ ਨੂੰ ਰੱਬ ਜੀ ਵਿਸਰਦੇ ਨਹੀਂ ਹਨ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਥ, ਜਿਨ੍ਹਾਂ ਨੂੰ ਰੱਬ ਜੀ ਦਾ ਸੱਚਾ ਗਿਆਨ, ਸੱਚੇ ਗਿਆਨ ਦੀ ਫਿਲਾਸਫੀ, ਸਤਿਗੁਰ ਦੀ ਮੱਤ ਵਿਸਰਦੀ ਨਹੀਂ ਹੈ। ਧੰਨ ਸੇ ਸਈ ਨਾਨਕਾ, ਉਹ ਲੋਕੀ ਨਾਨਕਾ ਆਖਦੇ, ਨਾਨਕ ਜੀ ਆਖਦੇ ਨੇ ਉਹ ਲੋਕੀ ਧੰਤਾ ਯੋਗ ਹਨ। ਤੇ ਕਹਿ ਦਿੱਤਾ ਕਹਿਣ ਵਾਲੇ ਪ੍ਰਚਾਰਕਾਂ ਨੇ ਅੱਜ ਤੱਕ ਪਿਛਲੇ 500 ਸਾਲਾਂ ਤੋਂ ਲੈ ਕੇ ਹੁਣ ਤੱਕ ਕਿ ਉਹ ਸੰਤ ਨੇ। ਮੈਂ ਹੈਰਾਨ ਰਹਿ ਗਿਆ। ਧੰਨ ਸੇ ਸੇਈ ਹੁੰਦਾ ਤੇ ਪਲੂਰਲ ਹੁੰਦਾ, ਪਰ ਉੱਥੇ ਲਿਖਿਆ ਸੀ ਧੰਨ ਸੇ ਸੇਈ ਨਾਨਕਾ ਪਲੂਰਲ। ਅੱਗੇ ਕਹਿੰਦੇ ਨੇ ਪੂਰਨ ਸੇਈ ਸੰਤ ਨਹੀਂ ਕਹਿੰਦੇ ਪਏ ਨੇ। ਮੈਂ ਹੈਰਾਨ ਰਹਿ ਗਿਆ, ਉੱਥੇ ਹੋੜਾ ਲੱਗਾ ਸੀ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਮੈਂ ਜਿਹੜੇ ਲੋਕੀ ਬਾਣੀ ਦੀ ਖੋਜ ਕਰਦੇ ਨੇ ਮੈਂ ਉਹਨਾਂ ਨੂੰ ਕਾਲ ਕੀਤੀ, ਤੁਸੀਂ ਮੈਨੂੰ ਦੱਸੋ ਕਿ ਇਸ ਧਰਤੀ ਤੇ ਕੋਈ ਮਨੁੱਖ ਪੂਰਨ ਹੈ? ਆਖੇ ਨਹੀਂ। ਮੈਂ ਕਿਹਾ ਗੁਰਬਾਣੀ ਮੁਤਾਬਕ ਕੋਈ ਮਨੁੱਖ, ਕੋਈ ਧੜਾ ਕਹਿ ਸਕਦਾ ਹੈ ਇਹ ਸਾਡੇ ਸੰਤ ਜੀ ਨੇ, ਸਾਡੇ ਬ੍ਰਹਮ ਗਿਆਨੀ ਜੀ ਨੇ ਪੂਰਨ ਨੇ। ਦੂਜਾ ਧੜਾ ਕਹਿ ਸਕਦਾ ਇਹ ਸਾਡੇ ਸੰਤ ਜੀ ਨੇ, ਬ੍ਰਹਮ ਗਿਆਨੀ ਨੇ, ਪੂਰਨ ਨੇ। ਤੀਜਾ ਧੜਾ ਕਹਿ ਸਕਦਾ ਹਮਾਰੇ ਮਜ਼ਹਬ ਮੇਂ ਹੀ ਪੂਰਨ ਬ੍ਰਹਮ ਗਿਆਨੀ ਹੈ। ਲੋਕੀ ਕਹਿ ਸਕਦੇ ਨੇ, ਪਰ ਗੁਰਬਾਣੀ ਵਿੱਚ ਲਿਖਿਆ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਦੈਟ ਮੀਨਸ ਪਰਫੈਕਸ਼ਨ ਜਿਹੜੀ ਹੈ ਸਿਰਫ ਰੱਬ ਜੀ ਨੇ। ਪਰਫੈਕਟ ਕੌਣ ਹੈ? ਕੇਵਲ ਰੱਬ ਜੀ। ਬਾਕੀ ਸਾਰੇ ਮਨੁੱਖ ਭੁੱਲਣਹਾਰ ਹਨ। ਤੇ ਗੁਰੂ ਸਾਹਿਬ ਇਸ ਸ਼ਬਦ ਵਿੱਚ ਕਹਿ ਰਹੇ ਨੇ ਜਿਹੜੇ ਲੋਕੀ ਸੱਚ ਨਾਲ ਜੁੜਦੇ ਨੇ ਧੰਤਾ ਯੋਗ ਹਨ, ਪਰ ਉਹਨਾਂ ਨੂੰ ਪੂਰਨ ਸੰਤ ਨਾ ਸਮਝ ਲੈਣਾ। ਪੂਰਨ ਸੋਈ ਸੰਤ, ਕੌਮਾ ਲਗਾ ਕੇ ਉਸ ਤੋਂ ਬਾਅਦ ਸਮਝੀਏ ਨਾ। ਕਹਿ ਰਹੇ ਨੇ ਲੋਕੀ ਧੰਤਾ ਯੋਗ ਹਨ, ਸੱਚ ਨਾਲ ਜੁੜਦੇ ਨੇ, ਪਰ ਮੈਂ ਇਹ ਗੱਲ ਕਹਿ ਦਿਆਂ ਪੂਰਨ ਸੋਈ ਸੰਤ ਪੂਰਨ ਰੱਬ ਜੀ ਨੇ। ਰੱਬ ਜੀ ਹੀ ਪੂਰਨ ਸੰਤ ਹਨ। ਖੈਰ ਹਰ ਕਿਰਪਾ ਤੇ ਸੰਤ ਭੇਟਿਆ, ਭਾਵ ਸੱਚ ਦੀ ਸੰਗਤ ਵਿੱਚ ਬੈਠੇ ਤਾਂ ਹੋਇਆ ਕਿ ਨਾਨਕ ਮਨ ਪ੍ਰਗਾਸ਼। ਪ੍ਰਗਾਸ਼ ਕਿਹਦੇ ਨਾਲ ਹੋ ਜਾਂਦਾ? ਮਨ। ਸਾਡੀ ਇੱਕ ਪੁਸਤਕ ਛਪੀ ਹੈ, ਉਸ ਦਾ ਨਾਂ ਰੱਖਿਆ ਵਿਰਾਸਤ। ਉਹਦੇ ਵਿੱਚ ਅਸੀਂ ਗੁਰਮਤ ਅਨੁਸਾਰ ਸਮਝਣ ਦਾ ਯਤਨ ਕੀਤਾ ਹੈ ਕਿ ਗੁਰਬਾਣੀ ਕਹਿੰਦੀ ਹੈ ਸ਼ਬਦ ਗੁਰੂ ਗੁਰੂ ਹੁੰਦਾ ਹੈ।
ਤੇ ਗੁਰੂ ਨਾਨਕ ਸਾਹਿਬ ਨੂੰ ਸਿੱਧ ਗੋਸ਼ਟੀ 'ਚ ਪੁੱਛਦੇ ਨੇ ਤੇਰਾ ਕਵਣ ਗੁਰੂ ਕਿਸਕਾ ਤੂੰ ਚੇਲਾ, ਤਾਂ ਉਹ ਕਹਿੰਦੇ ਨੇ ਮੇਰਾ ਸ਼ਬਦ ਗੁਰੂ। ਚੇਲਾ ਕੌਣ ਹੈ ਉਹਦੀ? ਸੁਰਤ। ਮੇਰਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਹੜੀ ਗੱਲ ਦੱਸੀ ਹੈ ਉਸ ਨੂੰ ਜੇ ਮੇਰੀ ਸੁਰਤ ਸੁਣ ਕੇ ਮੰਨ ਲਵੇ ਤਾਂ ਉਸ ਅਨੁਸਾਰ ਮੇਰਾ ਸਰੀਰ ਟੁਰ ਪਵੇਗਾ। ਲੇਕਿਨ ਜੇ ਮੇਰੀ ਸੁਰਤ ਹੀ ਨਾ ਸੁਣੇ ਤਾਂ ਸਰੀਰ ਪਿਆ ਸੁਣੇ। ਇਹ ਸਰੀਰ ਤਾਂ 1 ਮਿੰਟ ਲਈ ਸ਼ਮਸ਼ਾਨ ਘਾਟੀ 'ਚ ਜਾਂਦਾ ਹੈ, ਬਾਰੋਂ ਬਾਰੋਂ ਦਿਖਦਾ ओ यार आखिरकार तो यहीं पर सब ने आना है ना। बातें करते करते शमशान घाट से बाहर निकले, सुरत ने नहीं ना सुनिया सी, बाहर निकलन सार फिर परनाला उत्थे दा उत्थे। ਜਦੋਂ ਤੱਕ ਸੁਰਤ ਨਾ ਸੁਣੇ ਸੁਰਤ ਸੁਣਦੀ ਹੈ ਔਰ ਸ਼ਬਦ ਗੁਰੂ ਨੌਲੇਜ ਗਿਆਨ ਗੁਰੂ ਹੁੰਦਾ ਹੈ। ਇਹ ਅਸੀਂ ਉਸ ਆਰਟੀਕਲ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਵਿਰਾਸਤ ਪੁਸਤਕ 'ਚੋਂ ਪੜ੍ਹਨ ਦਾ ਯਤਨ ਕਰਨਾ। ਅਗਿਆਨਤਾ ਦਾ ਹਨੇਰਾ ਦੂਰ ਹੋ ਸਕਦਾ ਜੇ ਸਾਡੀ ਸੁਰਤ ਸੁਣ ਲਵੇ। ਸੁਰਤ ਚੇਲਾ ਹੁੰਦੀ ਹੈ। ਸੁਰਤ ਨਾ ਸੁਣੇ ਤਾਂ ਕੋਈ ਕਿਸੇ ਨੂੰ ਚੇਲਾ ਬਣਾ ਨਹੀਂ ਸਕਦਾ। ਸੁਰਤ ਨੇ ਸੁਣਨਾ ਤੇ ਉਸ ਦਾ ਸਰੀਰ ਉਸ ਮੁਤਾਬਕ ਕੰਮ ਕਰੇਗਾ। ਰਾਤੀ ਅਸੀਂ ਇੱਥੇ ਪੁਆਇੰਟ ਛੋੜਿਆ ਸੀ ਕੁੰਬੇ ਬੱਦਾ ਜਲ ਰਹਿ, ਜਿੱਥੋਂ ਅੱਜ ਦੀ ਲੜੀ ਅਸੀਂ ਰੀਕੈਪ ਕਰਨੀ ਸੀ। ਜਲ ਬਿਨ ਕੁੰਭ ਨਾ ਹੋਏ, ਕੁੰਭਾ ਕੁੰਭੇ ਕੁੰਭ ਘੜਾ, ਘੜੇ ਦੇ ਬਗੈਰ ਪਾਣੀ ਟਿਕਦਾ ਨਹੀਂ ਹੈ, ਠਹਿਰਦਾ ਨਹੀਂ ਹੈ। ਕੁੰਭੇ ਦਾ ਬੱਧਾ ਹੋਇਆ ਪਾਣੀ ਟਿਕ ਜਾਂਦਾ ਹੈ। ਕੁੰਭੇ ਬੱਧਾ ਜਲ ਰਹਿ ਸਕਦਾ ਹੈ, ਟਿਕ ਸਕਦਾ ਹੈ। ਪਰ ਜਲ ਬਿਨ ਕੁੰਭ ਨਾ ਹੋਏ, ਇਹ ਜਿਹੜਾ ਘੜਾ ਇਸ ਨੂੰ ਰੋਕ ਰਿਹਾ ਨਾ, ਇਹ ਘੜਾ ਪਾਣੀ ਨਾਲ ਬਣਦਾ ਹੈ। ਜਿਵੇਂ ਆਟਾ ਗੁੰਨਣ ਵੇਲੇ ਬੀਬੀਆਂ ਪਾਣੀ ਵਿੱਚ ਮਿਕਸ ਕਰਦੀਆਂ ਨੇ ਆਟੇ 'ਚ, ਇਸ ਤਰ੍ਹਾਂ ਕੁੰਭਾਰ ਮਿੱਟੀ ਨੂੰ ਘੋਲਣ ਵਾਸਤੇ, ਘੜਾ ਬਣਾਉਣ ਵਾਸਤੇ ਉਹਦੇ ਵਿੱਚ ਪਾਣੀ ਮਿਕਸ ਕਰਦਾ ਹੈ। ਪਾਣੀ ਮਿਕਸ ਨਾ ਕਰੇ ਮਿੱਟੀ ਇਕੱਠੀ ਨਹੀਂ ਹੁੰਦੀ। ਜਲ ਬਿਨ ਕੁੰਭ ਨਾ ਹੋਏ, ਦੁਨਿਆਵੀ ਇੱਕ ਮਿਸਾਲ ਦਿੱਤੀ। ਹੁਣ ਦੇ ਕੇ ਕਹਿੰਦੇ ਨੇ ਗਿਆਨ ਕਾ ਬੱਧਾ ਮਨ ਰਹਿ। ਜਿਹੜਾ ਇਹ ਮਨ ਹੈ ਨਾ, ਇਹ ਗਿਆਨ ਰੂਪੀ ਘੜੇ ਦੇ ਕਾਰਨ ਬੱਧਾ ਰਹਿ ਸਕਦਾ ਹੈ, वरना टिकदा नहीं। ज्ञान का बद्दा मन रहे बट गुर बिन ज्ञान ना होए। मैं बड़ी देर सोचता रहा, ज्ञान का बद्दा मन रहा है गुर बिन ज्ञान ना होए, ਇਹਦਾ मतलब गुरबाणी ज्ञान है तो फिर गुर की है, तो फिर ज्ञान ना होए की है। जरूर ये 3 पॉइंट के अंदर इधर कोई गल समझण दा यतन असी करना है। तब पता लगा नॉलेज तो हर मनुख नूं है कि ज्ञान से मन टिकता है, ये तो सब नूं पता है। पर हुण रुक के असी प्रमाण अज पढ़िया, असी ध्यान नाल पढ़ना। प्रकाश उत्सव मना रहे हैं, इस चंदोआ साहब के उत्ते भी लिखा है बाणी गुरु, गुरु है बाणी, विच बाणी अमृत सारे। हुण इस तो बाद ना दूसरी लाइन विच जरा जिहा रुक के पढ़ना है, एक गल समझ पैंदी है। गुर दे रारे नूं उत्थे औंकड़ लगाई हुई है, मीनस उत्थे थोड़ा गैप देना, विश्राम देना है। गुरबाणी लफज नहीं उच्चारण करना, उत्थे उच्चारण करना गुर बाणी कह। बाणी ना मनुख नूं एक गुर देंदी है। गुर मीनस मैथड, तरीका, नॉलेज, विधि। पता तो सब नूं है, पर पता होने के बावजूद जे प्रैक्टिकल उन्होंने नहीं करता तो यह नहीं पता कि अपने जीवन में अप्लाई किवें करा। तो गुरबाणी अप्लाई करन दे गुर देंदी है। 1430 पन्नियां विच जितने भी हज़ारां शब्द लिखे ने, डिफरेंट एंगल तो लिखे हुए ने। मनुख का मूड पता नहीं किस वेले किहड़ा है, किहड़े जेंडर दा है, किहड़े देश विच रहिंदा, किहड़े मौसम विच रहेगा, किहड़े इहदी स्टेटस है। इस करके अनेकों शब्दों तो बार बार इहनूं गुर समझाया है ताकि इसनूं क्लिक हो जाए। गुर बाणी कह है, बाणी गुर समझाती है। जो इस बाणी दे विच सुमत बख्शी गई है ना, जिसनूं हिडन मैसेज कह सकते हैं, वो गुर है। गुर बाणी कह
ਸੇਵਕ ਜਨ ਮੰਨੈ। ਜੇ ਉਸ ਨੂੰ ਮਨੁੱਖ ਮੰਨ ਲਵੇ ਤਾਂ ਇਸ ਨੂੰ ਕਹਿੰਦੇ ਨੇ ਪ੍ਰਤੱਖ ਗੁਰੂ ਨਿਸਤਾਰੇ। ਪਰ ਸਾਡਾ ਕੀ ਹਾਲ ਹੋ ਜਾਂਦਾ ਹੈ? ਫਰਜ਼ ਕਰੋ ਤੁਹਾਡੇ ਇੱਥੇ ਕਿਸੇ ਜਗ੍ਹਾ ਦਾ ਨਾਂ ਅਸੀਂ ਰੱਖ ਲਈਏ, ਸੁੰਦਰ ਨਗਰ, ਮੰਨ ਲਿਆ ਸੁੰਦਰ ਨਗਰ, ਤੇ ਮੈਂ ਸੁੰਦਰ ਨਗਰ ਦੇ ਅੰਦਰ ਜਾਣਾ ਹੈ, ਇਹ ਬਲਾਕ ਹੀ ਜਾਣਾ ਹੈ, 36 ਨੰਬਰ ਘਰ ਹੀ ਜਾਣਾ ਹੈ, ਤੇ ਮੈਂ ਲੱਭ ਰਿਹਾ, ਚਾਰੋਂ ਪਾਸੇ ਰਸਤਾ ਸਮਝ ਨਹੀਂ ਆ ਰਿਹਾ, ਹਨੇਰਾ ਹੈ ਤੇ ਜਾਂ ਭਾਵੇਂ ਸੂਰਜ ਵੀ ਚੜ੍ਹਿਆ, ਪਰ ਮੈਨੂੰ ਰਸਤਾ ਲੱਭ ਨਹੀਂ ਰਿਹਾ। मैं एक मनुख ਨੂੰ ਪੁੱਛਿਆ, भाई साहब सुंदर नगर यही है? कहता हाँ यही है। ए ब्लॉक में 36 नंबर मकान में जाना है। उन्हें मनु क्या, यहाँ से आगे जाके राइट मुड़ना और राइट मुड़ने के बाद जो पहला मोड़ आएगा वहाँ पर लेफ्ट मुड़ जाना, वहाँ पर कोने पे A36 है। ਹੁਣ ਸਾਧ ਸੰਗਤ ਜੀ ਤੁਸੀਂ ਦੱਸੋ, ਮਨੂੰ ਉਹਦੀ ਗੱਲ ਸੁਣਨ ਤੋਂ ਬਾਅਦ ਇਹ 36 ਵੱਲ ਜਾਣਾ ਚਾਹੀਦਾ ਹੈ ਜਾਂ ਉਸ ਬੰਦੇ ਕੋਲ ਖੜੇ ਹੋ ਕੇ ਉਹਨੂੰ ਹੀ ਨਮਸਕਾਰ ਕਰ? ਤੁਸੀਂ ਵਾਹ ਜੀ ਵਾਹ, ग्रेट हो, बहुत अच्छे, तुमको हाथ डालूंगा, ਤੁਹਾਨੂੰ सेंट छिड़कांगा, क्या बात है। ਇਹੋ A36 ਹੈ। A36 ਜਾਵਾਂਗਾ ਜਾਂ ਉੱਥੇ ਹੀ ਬੈਠਾ ਰਹਾਂਗਾ? ਸਾਧ ਸੰਗਤ ਜੀ ਸਿਰਫ ਬੋਲੋ ਕਿ ਹਾਂ A36 ਜਾਵਾਂਗਾ, A36 ਜਾਵਾਂਗਾ ਨਾ। ਗੁਰ ਬਾਣੀ ਸਾਨੂੰ ਸਿਖਾਉਂਦੀ ਹੈ। ਇਹਦੇ 'ਚੋਂ ਇਹ ਅਰਥ ਨਾ ਲੈ ਲੈਣਾ ਵੀ ਮੈਂ ਕਹਿਣਾ ਸਤਿਗੁਰੂ ਨੂੰ ਮੱਥਾ ਹੀ ਨਹੀਂ ਟੇਕਣਾ। ਸਤਿਗੁਰੂ ਨੂੰ ਤਾਂ ਅਸੀਂ ਮੱਥਾ ਟੇਕਦੇ ਹੀ ਇਸੀ ਕਰਕੇ ਹਾਂ ਕਿ ਮੈਨੂੰ ਸੁਮਤ ਬਖਸ਼ੋ ਕਿ A36 ਕਿੱਥੇ ਹੈ। ਅਗੰਮ ਰੂਪ ਕਾ ਮਨ ਮੈਂ ਥਾਨਾ, ਮੈਨੂੰ ਸਮਝਾਓ। ਸੋ ਦਰ ਕਿਹਾ ਸੋ ਘਰ ਕਿਹਾ ਸਮਝਾਓ, ਸੋ ਪੁਰਖ ਮੈਨੂੰ ਸਮਝਾਓ। ਪਰ ਮੱਥਾ ਟੇਕਣ ਦਾ ਮਤਲਬ ਹੈ ਨਿਮਰਤਾ ਦੇ ਨਾਲ। ਵਰਨਾ ਅੱਜ ਦੀ ਨੂੰਹ ਸੱਸ ਦੇ ਸਾਹਮਣੇ ਜੇ ਮੱਥਾ ਟੇਕ ਵੀ ਲੈਂਦੀ ਹੈ ਤੇ ਟੇਕਣ ਸਾਰ ਪੱਲਾ ਪਰੇ ਕਰਕੇ ਬਾਹਰ ਆ ਕੇ ਕਾਲਜ ਦੀਆਂ ਸਹੇਲੀਆਂ ਨੂੰ ਫੋਨ ਕਰਦੀ ਹੈ, ਮੈਂ ਮੰਨਤੀ ਨਹੀਂ ਹੂੰ ਪਰ ਸੱਸ ਜ਼ਬਰਦਸਤੀ ਕਰਦੀ ਸੀ ਪਤੀ ਨੂੰ ਖੁਸ਼ ਕਰਨ ਵਾਸਤੇ, ਮੈਂ ਐਵੇਂ ਮੱਥਾ ਠੋਕ ਛੱਡਿਆ ਉਹਨੂੰ। ਪਰ ਇਹਨੂੰ ਗੁਰੂ ਸਾਹਿਬ ਕਹਿੰਦੇ ਨੇ ਸੀਸ ਨਿਵਾਇਆ ਕਿਆ ਥੀ ਹੈ ਜਾਂ ਰਿਦੇ ਕੁ ਸ਼ੁੱਧੇ ਜਾਏ ਕੁ ਸ਼ੁੱਧੇ, ਰਿਦਾ ਤੇ ਸ਼ੁੱਧ ਨਹੀਂ ਹੈ, ਐਸਾ ਮੱਥਾ ਟੇਕਣ ਦਾ ਕੀ ਫਾਇਦਾ। ਹੁਣ ਗੱਲ ਸਮਝ ਆਈ। ਸਾਡੀ ਸੋਹਿਲਾ ਕੈਸੇਟ ਦੇ 6 ਵੋਲਿਊਮ ਬਾਹਰ ਤੁਹਾਨੂੰ ਮਿਲਣਗੇ। ਅਸੀਂ ਪਿਛਲੇ ਸਾਲ ਸੋਹਿਲਾ ਦੇ ਅਰਥ ਸਮਝਣ ਦਾ ਯਤਨ ਕੀਤਾ। ਸਿੱਖ ਸੰਗਤਾਂ ਬਾਰੇ ਕਿਹਾ ਜਾਂਦਾ ਸੀ ਇਹ ਸਿੱਖ, ਇਹ ਤੇ ਆਨੰਦ ਸਾਹਿਬ ਤੇ ਉੱਠ ਕੇ ਦੌੜ ਜਾਂਦੇ ਨੇ, ਇਹ ਕਿੱਥੇ ਸੁਣਨਗੇ। ਪਰ ਮੈਂ ਹੈਰਾਨ ਹਾਂ, ਇਸ ਤਰ੍ਹਾਂ ਦੇ ਪ੍ਰਬੰਧਕ ਅਨਾਉਂਸ ਕਰਦੇ ਪਏ ਨੇ ਔਰ ਸਿੱਖ ਸੰਗਤਾਂ ਬੈਠੀਆਂ ਸੁਣਦੀਆਂ ਰਹਿੰਦੀਆਂ। ਲੋਕੀ ਸੱਚ ਦੀ ਵੇਟ ਕਰ ਰਹੇ ਨੇ। ਤਾਂ ਦਿੱਲੀ ਵਿੱਚ ਇੱਕ ਪ੍ਰਬੰਧਕਾਂ ਨੇ ਮੈਨੂੰ ਕਿਹਾ ਤੁਹਾਨੂੰ 4 ਦਿਨ ਲੱਗਣ, 5 ਦਿਨ ਲੱਗਣ, 6 ਦਿਨ ਲੱਗਣ, ਤੁਸੀਂ ਸੋਹਿਲਾ ਬਾਣੀ ਦੇ ਅਰਥ ਕਰੋ। ਹੁਣ ਮੈਂ ਕੌਣ ਹੁੰਦਾ ਅਰਥ ਕਰਨ ਵਾਲਾ? ਮੈਂ ਕੋਈ ਫਾਈਨਲ ਅਥਾਰਟੀ ਹਾਂ? ਨਹੀਂ। ਮੈਂ ਕੋਈ ਬ੍ਰਹਮ ਗਿਆਨੀ ਸੰਤ ਜੀ, ਕੋਈ ਗੁਰਮੁਖ ਨਹੀਂ ਹਾਂ। ਅਸੀਂ ਨਾ ਇੱਕ ਇੱਕ ਪੰਕਤੀ ਨੂੰ ਸਮਝਣ ਦਾ ਆਪਸ ਵਿੱਚ ਸਾਂਝ ਕਰ ਕਰਕੇ ਵਿਚਾਰ ਕਰਦੇ ਰਹੇ। ਜਿਵੇਂ ਮੈਂ ਤੁਹਾਡੇ ਕੋਲੋਂ ਬੁਲਵਾ ਰਿਹਾ ਨਾ, ਇਸ ਤਰ੍ਹਾਂ ਸੰਗਤ ਨੂੰ ਐਲੀਵੇਟ ਕਰਕੇ ਸੰਗਤ ਦੇ ਨਾਲ ਸਾਂਝ ਕਰਦੇ ਰਹੇ। ਤਾਂ ਸ਼ਬਦ ਆਇਆ ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾ ਹੈ। ਹੁਣ ਇਸ ਦੀ ਰਹਾਉ ਦੀ ਪੰਕਤੀ ਆਈ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਰਹਾਉ, ਕਰ ਸਾਧੂ ਅੰਜੁਲੀ, ਅੰਜੁਲੀ ਕਹਿੰਦੇ ਨੇ ਇਸ ਤਰ੍ਹਾਂ ਕਰਨਾ। ਪੁੰਨ ਵੱਡਾ ਹੈ ਮੀਨਸ ਸਭ ਤੋਂ ਸਿਰਮੌਰ ਕੰਮ, ਸਭ ਤੋਂ ਇੰਪੋਰਟੈਂਟ ਕੰਮ ਪਤਾ ਕੀ ਹੈ? ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਹੁੰਦਾ ਪੂਰੀ ਤਰ੍ਹਾਂ ਲੇਟ ਜਾਣਾ। ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਨੇ ਗੁਰਮਤ ਦੀ ਅੰਜਲੀ ਅਤੇ ਡੰਡੌਤ ਦਾ ਮਤਲਬ ਹੈ ਨਮਰਤਾ ਭਾਵ। ਸਰੀਰਕ ਤੌਰ ਤੇ ਪੂਰਾ ਲੇਟ ਜਾਣਾ ਜਾਂ ਇਸ ਤਰ੍ਹਾਂ ਅੰਜਲੀ ਕਰ ਲੈਣੀ ਪਰ ਲੈਣਾ ਕੁਛ ਨਾ। ਪਤਾ ਲੱਗਾ ਕਹਿ ਰਹੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਸੱਚ ਦੀ ਸੰਗਤ ਵਿੱਚ ਸਤਿਗੁਰ ਦੀ ਮੱਤ ਲੈਣ ਵਾਸਤੇ ਨਿਮਰਤਾ ਨਾਲ ਇੰਜ ਕਰ। ਪਰ ਅਸੀਂ ਇਸ ਦਾ ਇਲਿਊਜ਼ਨ ਬਣਾਇਆ। ਇਲਿਊਜ਼ਨ ਕੀ ਹੈ? ਕਿਸੇ ਮਨੁੱਖ ਨੂੰ ਪਿਆਸ ਲੱਗੀ ਹੈ, ਉਹ ਇੰਜ ਖੜਾ ਰਹੇ, ਮੇਰੇ को प्यास लगी है, मेरे मुंह में पानी डालो। तब पानी कोई पाण वाला ना होवे, नदी सामने वगदी होवे, नदी वग रही है ना, गुर दरियाओ सदा जल निर्मल है ना, नदी वगदी होवे, कोई नदी को लैंज खड़ा हो जाए, प्यास लगी है, सच्चे दिल से लगी है, भावना से लगी है, विश्वास से लगी है, पूरे प्यार से लगी है, प्यास लगी है, पानी जी आओ
ਮੂੰਹ ਮੇ ਆਓ, ਨਹੀਂ ਆਂਦਾ ਪਾਣੀ। ਪਰ ਕੋਈ ਮਨੁੱਖ ਨੂੰ ਕੋਈ ਕਵੇ ਤੂੰ ਜਦੋਂ ਤੱਕ ਕਹਿੰਦੇ ਅੰਜਲੀ ਨਹੀਂ ਕਰੇਗਾ ਪਾਣੀ ਆਏਗਾ ਨਹੀਂ, ਹੁਣ ਉਹ ਅੰਜਲੀ ਕਰਨ ਵਾਸਤੇ ਝੁਕੇਗਾ ਨਾ, ਗੋਡੇ ਪਰਨੇ ਝੁਕੇਗਾ, ਥੱਲੇ ਜਾਏਗਾ, ਡੰਡੌਤ ਕਰੇਗਾ, ਨਦੀ ਚੋਂ ਇਸ ਤਰ੍ਹਾਂ ਪਾਣੀ ਲਵੇਗਾ। ਪਰ ਅਫਸੋਸ ਝੁਕ ਵੀ ਜਾਏ, ਪਾਣੀ ਵੀ ਅੰਜਲੀ ਕਰਕੇ ਲੈ ਲਵੇ, ਪਰ ਲੈਣ ਤੋਂ ਬਾਅਦ ਪੀਏ ਨਾ। ਖਿਸਰ ਪਰਿਓ, ਭੂਮ ਪਰ ਡਾਰਿਓ, ਡਿੱਗ ਪਵੇ, ਹੰਕਾਰ ਦੇ ਕਾਰਨ ਇੰਜ ਉਂਗਲਾ ਕਰਦੇ, ਆਵੇ ਹੀ ਨਾ ਪਾਣੀ। ਅੰਜਲੀ ਕਰਨੀ, ਡੰਡੌਤ ਕਰਨਾ ਗੁਰਮਤ ਦਾ ਸਿਧਾਂਤ ਹੈ। ਨਿਮਰਤਾ, ਹਿਰਦੇ ਗਰੀਬੀ, ਹੰਬਲਨੈਸ ਦੇ ਨਾਲ ਸਰੈਂਡਰ ਕਰਨਾ, ਆਤਮ ਸਮਰਪਣ। ਮੈਨੂੰ ਅਕਲ ਘੱਟ ਹੈ, ਮੇਰੀ ਮਤ ਠੋਰੀ ਰਾਮ, ਮੈਨੂੰ ਸੁਮਤ ਬਖਸ਼ੋ। ਇਸ ਨੂੰ ਕਹਿੰਦੇ ਨੇ ਕਿ ਸੀਸ ਨਿਵਾ ਦਿੱਤਾ, ਇਸ ਨੂੰ ਕਹਿੰਦੇ ਨੇ ਕਿ ਮੱਥਾ ਟੇਕ ਦਿੱਤਾ। ਹੁਣ ਜੇ ਮਨੁੱਖ ਨਿਮਰਤਾ ਭਾਵ ਦੇ ਨਾਲ ਸੱਚ ਦੇ ਗਿਆਨ ਨੂੰ ਲੈਣਾ ਚਾਹੁੰਦਾ ਹੈ, पर जे हंकार ना लवे, नहीं नहीं मैं देख लूँगा उसको कितनी अकल है, नहीं नहीं हमारे धर्म ग्रंथ में लिखो, ऑलरेडी बाइबल में लिखा है, कुरान में लिखा है, गीता में लिखा है, रामायण में लिखा है, गुरु ग्रंथ साहब में जो लिखा है ये तो ऑलरेडी हमारे में लिखा है। वो कह रहा था हमारे गुरु ग्रंथ साहब में लिखा, तुम्हारी रामायण में लिखा तो क्या है, तुम्हारी गीता में लिखा तो क्या है। हर किसी को असी कोई निमरता भावना सरैंडर ही चाह ही नहीं रहे। और गुरु साहब कहते जगत जलंदा रख लै अपनी किरपा धार, जित द्वार है उभरै तितै लियो उबार। ए मनुख तू जिस मर्जी दर तो आ, पर होना सच चाहिए, पखंड नहीं होना चाहिए, कर्म कांड नहीं होना चाहिए। कर्म धर्म पाखंड जो दिशा तीन जम जगाती लूट है, तू झूठ नाल ठगाया जाएगा। इस करके सोच, सच का ज्ञान लेना है। हुण पता लगा इत्थे कहंदे पे ने ज्ञान का बद्दा मन रहा तो समझ आया, पर अप्लाई नहीं किया। अप्लाई करने वास्ते गुरु समझाता है, क्रोध करना है, देख क्रोध करने तो बाद तेरा एड्रेनलिन लेवल अप हो जाएगा, तेरा दिमाग गर्म रहेगा, तेरी रिलेशनशिप खराब हो जाएगी, भाख्या भावो पार तेनों भुल जाएगी, प्यार की गल तू करेगा नहीं तो तेरा जीवन खराब होएगा, ब्लड प्रेशर तेरा हाई हो जाएगा, हाइपरटेंशन तेनों हो जाएगी। इस करके फरीदा बुरे दा भला कर, गुस्सा क्रोध मन ना हंडाए, देख तेनों फायदा की होएगा। गुर दस दिन देही रोग ना लग गई, पल्ला सब कुछ पाए। लोग इस गल का माण कर लेंदे ने भी मैं बहुत गालां कढ़दा, पर गुरु साहब कहंदे ने नानक फिक्के बोले हैं, फिक्का बोलण दे नाल पता की हो जाता, तन मन फिक्का होए। ए गुर समझाता। लोकी लोगों नाल नफरत करते सन, ये हिंदू है, ये मुसलमान है, ये जैनी है, ये बोधी है, ये वो है, ये नास्तिक है, ये पापी है, इस तरह कहते सन। गुरु साहब कहते हैं मैं तेनों ही गुर समझावा, सबे घट राम बोले गुर। गुरु साहब कहते हैं घट घट में हरजू बस है। गुरु साहब कहते हैं तू जात का मान ना कर, जात का गर्व ना करियो भाई, सारे मनुखा च रब वसदा है, कुदरत के सब बंदे ने, उच्ची जात का मान ना कर। मनुख की जात गई, पत गई, ऊंच नीच का भेदभाव गया, गोरे काले का रंग भेदभाव गया, कौन केड़े रब का नाम लैंदा वो भेदभाव गया। ये सारे गुर ने। जदों ये गुर गुरबाणी चो पढ़ पढ़ के असी समझते हाँ तो साड़ी अज्ञानता का हनेरा दूर हो जाता है। पर जदों असी सुनते हाँ, हुण उस एग्जाम्पल नूं असी दुनियावी लैंग्वेज ते टुकाना है। एक बीबी जी मैनूं कहंदे न तुहाडे वांगू जे निमरता नाल सस नाल गल करिए, जां तुहाडे कहण मुताबक निमरता नाल अपनी नूंह नाल गल करिए, या पति नाल गल करिए, बच्चियां नाल या नौकरानी नाल जे इंज गल करिए, जमादारनी दे नाल इस तरह मिठी मिठी प्यार की गल करिए, तो लोकी ते सिर ते चढ़ जाते हैं, लोकी ते मिसयूज करते हैं। और वीर जी जिस तरह तुसी कह रहे हो ना, इदा करन लग पे ना, लोकी ते चौक ते खड़ा होकर वेचते हैं इत्थे, ये भारत है भारत, ये लोकी मैनू गल्लां करते हैं। वो गुरु साहब ने इसे भारत ही बाणी उचारी है ना। बस ये मन की अज्ञानता का हनेरा है कि मैनू लोकी वेच देंगे, लोकी मेरे सिर चढ़ जाएंगे। साध संगत जी, कौड़ जहर, कुड़ितन त्यूड़ियाँ, क्रोधित, कौड़े बोल, बोलन की बजाय विक जाना चंगा।
ਲੋਕਾਂ ਨੂੰ ਆਪਣੇ ਸਿਰ ਤੇ ਚੜਾ ਲੈਣਾ ਚੰਗਾ, ਵਰਨਾ ਸਾਰੀ ਉਮਰ ਇੰਜ ਬੀਤ ਜਾਏਗੀ। ਹੰਕਾਰੇ ਰਵਾਂਗੇ, ਡੰਡੌਤ ਬੰਧਨ ਕਰ ਸਾਧੂ ਅੰਜਲੀ ਪੁਨ ਵੱਡਾ ਨਾ ਹੋਇਆ, ਕਰ ਡੰਡੌਤ ਪੁਨ ਵੱਡਾ ਹੈ ਨਾ ਹੋਇਆ। ਇਹ ਸੱਚ ਦਾ ਗਿਆਨ ਜਦੋਂ ਸਮਝ ਪੈਂਦਾ ਹੈ ਤਾਂ ਕੀ ਹੁੰਦਾ ਹੈ? ਹਨੇਰੀ ਆਉਂਦੀ ਹੈ। ਹੁਣ ਉਹ ਬੀਬੀ ਜੀ ਨੂੰ ਹਨੇਰੀ ਆਈ ਦਿਮਾਗ ਵਿੱਚ, ਲੈ ਇੱਦਾਂ ਕਰਨ ਲੱਗੇ ਇੰਝ ਹੋ ਜਾਏਗਾ। ਸਾਨੂੰ ਜਦੋਂ ਵੀ ਹਨੇਰੀ ਦਿਮਾਗ ਵਿੱਚ ਆਉਂਦੀ ਅਸੀਂ ਕਹਿੰਦੇ ਲੈ ਬਿਲਕੁਲ ਇਮਾਨਦਾਰੀ ਨਾਲ ਕਰੀ ਜਾਈਏ। ਭੁਪਿੰਦਰ ਸਿੰਘ ਜੀ ਇਮਾਨਦਾਰੀ ਨਾਲ ਕਦੇ ਬਿਜ਼ਨਸ ਹੁੰਦੇ ਨੇ, ਝੂਠ ਬੋਲੇ ਬਗੈਰ ਕਦੇ ਬਿਜ਼ਨਸ ਹੁੰਦੇ ਨੇ। ਇੱਥੇ ਦੋ ਕਿਤਾਬਾਂ ਬਣਾਉਣੀਆਂ ਪੈਂਦੀਆਂ, ਇੱਕ ਝੂਠ ਦੀ ਇੱਕ ਸੱਚ ਦੀ। ਅਸੀਂ ਪੇਮੈਂਟ ਕਰਦੇ ਹਾਂ 40,000 ਲੱਖ ਦਿਖਾਣੀ ਹੁੰਦੀ ਹੈ, ਪੇਮੈਂਟ ਕਰਨੀ ਹੁੰਦੀ ਹੈ। ਆਂਦੀ ਆ ਰਹੀ ਹੈ ਤੇ ਨਾਲ ਹੀ ਜਵਾਬ ਦੇਈ ਜਾ ਰਹੇ ਨੇ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਜਦੋਂ ਆਂਦੀ ਆਂਦੀ ਹੈ ਸਾਡੇ ਦਿਮਾਗ ਵਿੱਚ ਉਥਲ ਪੁਥਲ ਹੁੰਦੀ ਹੈ, ਅਸੀਂ ਸੱਚ ਮੰਨਣਾ ਨਹੀਂ ਚਾਹੁੰਦੇ ਹਾਂ। ਆਪਣੀ ਅਗਿਆਨਤਾ ਵਾਲੇ ਸਬ ਕੌਨਸ਼ੀਅਸ ਦੇ ਨਾਲ, ਚਤਰਾਈ ਵਾਲੀ ਸੁਰਤ ਮਤ ਮਨ ਬੁੱਧ ਦੇ ਨਾਲ ਉਹਨੂੰ ਇਨਵੈਲਿਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਾਟਾ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਚੰਗੀ ਨਹੀਂ ਲੱਗਦੀ ਆਂਦੀ। ਇਹੀ ਕਾਰਨ ਹੈ ਕਿ ਮੈਂ ਖੁਦ ਹੈਰਾਨ ਹੋ ਰਿਹਾ ਕਿ ਅਸੀਂ ਤੇ ਸਿਰਫ ਸਤਿਗੁਰ ਦੀ ਬਾਣੀ ਦੀ ਗੱਲ ਕਰ ਰਹੇ ਹਾਂ। ਮੈਂ ਕੋਈ ਆਪਣੀ ਫਿਲਾਸਫੀ ਤੇ ਘਰੋਂ ਲਿਆਇਆ ਨਹੀਂ। ਬਾਣੀ ਨੂੰ ਕੋਟ ਕਰਦੇ ਹਾਂ ਅਤੇ ਬਾਣੀ ਦੇ ਉਸ ਦੇ ਅਰਥ ਭਾਵ ਨੂੰ ਸਮਝਣ ਦਾ ਯਤਨ ਕਰਦੇ ਹਾਂ। ਫਰਜ਼ ਕਰੋ ਜੇਕਰ ਬਾਣੀ ਵਿੱਚ ਆਇਆ ਹੈ ਕਿ ਮਨੁੱਖ ਮਰ ਜਾਏ, ਮਨੁੱਖ ਕੰਮ ਨਹੀਂ ਆਉਂਦਾ, ਤਾਂ ਸਮਝਣਾ ਪਏਗਾ ਇਹ ਮਰ ਜਾਏ ਕਿਹੜਾ ਹੈ। ਸਮਝਣਾ ਪਏਗਾ ਨਾ ਮਰ ਜਾਏ ਕਿਹੜਾ ਹੈ। ਲੋਕੀ ਮਰ ਜਾਏ ਸਮਝਦੇ ਨੇ ਸਰੀਰਕ। ਹੁਣ ਗੁਰੂ ਸਾਹਿਬ ਨੂੰ ਪੁੱਛਦੇ ਹਾਂ, ਹੁਣ ਗੁਰੂ ਸਾਹਿਬ ਮਰ ਜਾਏ ਦੀ ਡੈਫੀਨੇਸ਼ਨ ਸਮਝਾਉਂਦੇ ਨੇ। ਸਰੀਰਕ ਡੈਡ ਬਾਡੀ ਦੀ ਗੱਲ ਨਹੀਂ ਕਰ ਰਹੇ ਨੇ। ਕਿਵੇਂ ਕਹਿੰਦੇ ਨੇ? ਮਤ ਕੋਈ ਜਾਣੈ ਜਗ ਜੀਵਦਾ। ਮਤ ਸਮਝੋ ਕਿ ਲੋਕੀ ਜੀ ਰਹੇ ਨੇ। ਮਤ ਕੋਈ ਜਾਣੈ ਜਗ ਜੀਵਦਾ, ਦੂਜੇ ਭਾਏ ਮੁਯਾਸ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ। ਤਾਂ ਪਤਾ ਉਹਨੂੰ ਕੀ ਕਹਿੰਦੇ ਨੇ? ਮਿਰਤਕ ਹੈ ਸੰਸਾਰ, ਮੋਇਆ ਹੋਇਆ ਹੈ। ਤੇ ਅਸੀਂ ਮੋਏ ਹੋਏ ਹਾਂ। ਅਸੀਂ 3 ਦਿਨ ਪਹਿਲਾਂ ਦਿੱਲੀ ਸ਼ਬਦ ਇੱਕ ਜਗ੍ਹਾ ਪੜ੍ਹ ਰਹੇ ਸਾਂ, ਤੁਰਦੇ ਕੋ ਤੁਰਦਾ ਮਿਲੇ, ਉਡਤੇ ਕੋ ਉਡਤਾ, ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਹੁਣ ਮੂਏ ਕੋ ਮੂਆ ਦਾ ਮੈਂ ਨਾ ਲੋ ਜੀ ਲੋ ਗੁਰਬਾਣੀ 'ਚ ਆ ਗਿਆ। ਮੂਏ ਕੋ ਮੂਆ, ਕਦੇ ਡੈਡ ਬੋਡੀਆਂ ਉੱਠ ਕੇ ਮਿਲਦੀਆਂ ਗ੍ਰੇਵ ਯਾਰਡ 'ਚ ਜਾਂ ਸ਼ਮਸ਼ਾਨ ਘਾਟ 'ਚ, ਕਦੇ ਉੱਠ ਕੇ ਮਿਲਦੀਆਂ ਇੱਕ ਦੂਜੇ ਨੂੰ। ਇਹਦਾ ਮਤਲਬ ਜੇ ਬਾਣੀ ਕੋਟ ਕਰੀਏ ਤਾਂ ਨਾਲ ਇਹ ਵੀ ਹੈ ਕਿ ਬਾਣੀ ਦਾ, ਸੱਚ ਦਾ, ਯੂਨੀਵਰਸਲ ਟਰੁੱਥ ਦਾ, ਲਾਜ਼ ਆਫ ਨੇਚਰ ਦਾ, ਇਸ ਦੁਨੀਆ ਵਿੱਚ ਹਕੀਕਤ ਦਾ ਸੱਚ ਉਸ ਦੇ ਅਨੁਸਾਰ ਅਰਥ ਹੋਣੇ ਚਾਹੀਦੇ ਨੇ। ਸਿਰਫ ਕੋਟ ਕਰਨ ਨਾਲ ਨਹੀਂ ਹੁੰਦਾ। ਕਹਿਣ ਦਾ ਯਤਨ ਇਹ ਹੈ ਕਿ ਗੁਰਬਾਣੀ ਦੇ ਭਾਵ ਅਰਥ ਸਮਝਣੇ ਪੈਣਗੇ। ਸਿੰਪਲ ਸਮਝਣਾ ਹੋਵੇ, ਆਖਾਂ ਜੀਵਾਂ ਵਿਸਰੈ ਮਰ ਜਾਉ, ਮੈਨੂੰ ਵਿਸਰ ਗਿਆ, ਮੈਂ ਤੇ ਕੋਈ ਨਹੀਂ ਮਰਿਆ। ਇਹਦਾ ਮਤਲਬ ਵਿਸਰੈ ਮਰ ਜਾਉ ਦੇ ਮੈਨੇ ਕੁਛ ਹੋਰ ਹਨ। ਠੀਕ, ਇੱਦਾਂ ਸਮਝਦੇ ਜਾਈਏ ਤਾਂ ਪਤਾ ਲੱਗਦਾ ਗੁਰਬਾਣੀ ਜੀਂਦੇ ਜੀ ਮੁਕਤ ਅਵਸਥਾ ਸਿਖਾਉਂਦੀ ਹੈ, ਮਰਨ ਤੋਂ ਬਾਅਦ ਨਹੀਂ। ਉਹ ਮਰਨ ਸਰੀਰਕ ਹੈ। ਬੇਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਸਰੀਰਕ ਬੰਦਾ ਮਰ ਜਾਂਦਾ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਾ ਕੋਇਲਾ। ਮਰਨ ਤੋਂ ਬਾਅਦ ਮੁਕਤੀ ਮਿਲੇਗੀ ਕਿ ਨਹੀਂ ਮਿਲੇਗੀ? ਅੱਜ ਜੀਂਦੇ ਜੀ ਲੈਣੀ ਹੈ, ਆਂਦੀ ਆਣ ਦੇ ਆਂਦੀ, ਔਰ ਆਂਦੀ ਪਾਛੈ ਜੋ ਜਲ ਬਰਖੈ। ਸੋ ਰਾਤੀ ਅਸੀਂ ਇੱਥੇ ਤੱਕ ਸਮਝਿਆ ਸੀ ਕਿ ਛੱਤ ਬਣੀ ਹੁੰਦੀ ਹੈ ਛਪਰੀ। ਇਸ ਤਰ੍ਹਾਂ ਛਪਰੀ 'ਚ 2 ਪਿਲਰ ਲੱਗੇ ਹੁੰਦੇ ਨੇ, ਵਿਚਕਾਰ ਇੱਕ ਬੀਮ ਲੱਗੀ ਹੁੰਦੀ ਹੈ। ਪਰ ਜੇ ਹਨੇਰੀ ਆ ਜਾਏ, ਛਪਰੀ ਦੇ ਇਹ ਦੋਨੋਂ ਪਿਲਰ ਡਿੱਗ ਪੈਂਦੇ ਨੇ, ਬੀਮ ਢਹਿ ਪੈਂਦੀ ਹੈ ਤੇ ਛੱਤ ਡਿੱਗ ਪੈਂਦੀ ਹੈ ਜ਼ਮੀਨ ਉੱਤੇ। ਉਸ ਦੇ ਲਫ਼ਜ਼ ਇਸ ਸ਼ਬਦ ਵਿੱਚ ਵਰਤੇ ਨੇ। ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸੱਚ ਦੀ ਆਂਦੀ ਆ ਜਾਏ। ਹੁਣ ਅਧਿਆਤਮਕ ਅਰਥ ਲਈਏ। ਅੱਜ ਰਾਤ ਨੂੰ ਅਸੀਂ ਇਹਦੇ ਲਫ਼ਜ਼ੀ ਅਰਥ ਸਮਝੇ ਸਨ। ਅਸੀਂ ਸਭ ਨੇ ਆਪਣੇ ਦਿਮਾਗ ਵਿੱਚ ਅਗਿਆਨਤਾ ਦੀ ਇੱਕ ਛਪਰੀ ਲਗਾਈ ਹੋਈ ਹੈ, ਛਾਨ। ਸਾਡੀ ਬਾਹਰ ਇੱਕ ਪੁਸਤਕ ਲੱਗੀ ਹੋਈ ਹੈ, ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1। ਉਹਦੇ 'ਚ ਅਸੀਂ 16 ਸ਼ਬਦਾਂ ਦੇ ਅਰਥ ਸਾਂਝ ਕੀਤੇ ਨੇ ਸੰਗਤਾਂ ਨਾਲ। ਪਰ ਦੂਜੀ ਪੁਸਤਕ ਉਹਨੇ ਪ੍ਰਿੰਟ ਹੋ ਰਹੀ ਹੈ। 5ਵੀਂ ਪੁਸਤਕ ਦੇ ਅਰਥ ਅਸੀਂ ਨਿਊਯਾਰਕ ਬੈਠੇ ਕਰ ਰਹੇ ਸਾਂ। ਸ਼ਬਦ ਆਇਆ, ਵੀਰ ਜੀ ਇਹਦੇ ਅਰਥ ਕਰਦੇ ਹਾਂ, ਪਾੜ ਪੜੋਸਨ ਪੂਛ ਲੈ ਨਾਮਾ, ਕਾਪੈ ਛਾਨ ਛਵਾਈ ਹੋ। ਤਾਂ ਅਸੀਂ ਸੋਚਿਆ ਇਹਦੇ ਨਾਲ ਤਾਂ ਇੱਕ ਭਗਤ ਮਾਲ ਦੀ ਕਹਾਣੀ ਜੋੜੀ ਹੋਈ ਹੈ।
ਕਹਿੰਦੇ ਨੇ ਜੀ ਨਾਮਦੇਵ ਜੀ ਸਨ, ਉਹ ਦੇਖੋ ਜੀ ਉਹ ਘਰੋਂ ਗਏ ਨੇ, ਵੋਟੀ ਨੇ ਕਿਹਾ ਮਕਾਨ ਬਣਾਇਆ, ਛਪਰੀ ਬਣਾਉਣੀ ਹੈ, ਛਪਰੀ ਬਣਾ ਰਹੇ ਸਨ। ਬਣਾਉਂਦਿਆਂ ਬਣਾਉਂਦਿਆਂ ਜੰਗਲ ਵਿੱਚ ਗਏ ਨੇ, ਉੱਥੇ ਕਾਨੇ ਕੱਟਦੇ ਪਏ ਸਨ। ਤਾਂ ਉਹ ਕੱਟਦਿਆਂ ਕੱਟਦਿਆਂ ਕੋਈ ਪਾਣੀ ਦੀ ਬੂੰਦ, ਓਸ ਦੀ ਬੂੰਦ, ਬਾਰਿਸ਼ ਦੀ ਬੂੰਦ ਉਹਨਾਂ ਦੇ ਹੱਥ 'ਤੇ ਪੈ ਗਈ। ਉਹਨਾਂ ਕਿਹਾ ਰੱਬ ਰੋਂਦਾ ਪਿਆ। ਉੱਥੇ ਉਹਨਾਂ ਦੀ ਸੁਰਤ ਜੁੜ ਗਈ, ਉਹ ਉੱਥੇ ਲੇਟੇ ਰਹੇ। ਰੱਬ ਪਿੱਛੋਂ ਆਇਆ, ਨਾਮਦੇਵ ਦੀ ਛਪਰੀ ਬਣਾ ਕੇ ਚਲਾ ਗਿਆ। ਇਸ ਤਰ੍ਹਾਂ ਹਕੀਕਤ ਵਿੱਚ ਨਹੀਂ ਹੁੰਦਾ। ਪਾੜ ਪੜੋਸਨ पूछ ਲੈ ਨਾਮਾ ਕਾਪੈ ਛਾਂ ਛਵਾਈ ਹੋ। ਨਾਮਦੇਵ ਜੀ ਕਹਿੰਦੇ ਨੇ ਪਾੜ ਪੜੋਸਨ ਮੇਰੇ ਇਸ ਸਰੀਰ ਦੇ ਇੰਦਰੇ ਗਿਆਨਿੰਦਰੇ ਪਾੜ ਪੜੋਸਨ ਨੇ। ਭਾਈ, ਮਾਈ, ਸੰਤੋ, ਸੰਗਤ, ਮਾਈ ਗੁਰਚਰਣੀ ਚਿਤ ਲਾਈਐ। ਇਸ ਤਰੀਕੇ ਨਾਲ ਜਿਤਨੇ ਲਫ਼ਜ਼ ਆਉਂਦੇ ਨੇ ਨਾ, ਇਹ ਸਾਰੇ ਸਾਡੇ ਵਾਸਤੇ ਨੇ, ਸਾਡੇ ਇੰਦਰੇ ਗਿਆਨਿੰਦਰਿਆਂ ਵਾਸਤੇ ਨੇ। ਤਾਂ ਇੰਦਰੇ ਗਿਆਨਿੰਦਰੇ ਪੜੋਸਨ ਜਿਹੜੇ ਨਾਲ ਰਹਿੰਦੇ ਨੇ, ਪੜੋਸੀ ਨੇ, ਮੇਰੇ ਮਨ ਦੇ ਨਾਲ ਰਹਿੰਦੇ ਨੇ, ਮੇਰੇ ਮਨ ਰੂਪੀ ਘਰ ਦੇ ਨਜ਼ਦੀਕ ਰਹਿੰਦੇ ਨੇ। ਕਹਿੰਦੇ ਨੇ ਕਾਪੇ ਛਾਂ ਛਵਾਈ ਹੋ, ਇਹ ਸੁਮਤ ਤੂੰ ਕਿੱਥੋਂ ਲਈ ਹੈ? ਤੋਪੇ ਦੁਗਣੀ ਮਜ਼ਦੂਰੀ ਦੇਓ, ਮੋਕੋ ਬੇਟੀ ਦੇਓ ਬਤਾਈਓ, ਮਨੂੰ ਇਹ ਛਪਰੀ ਬਣਾਉਣ ਵਾਲਾ ਦੱਸ। ਨਾਮਦੇਵ ਜੀ ਕਹਿੰਦੇ ਨੇ ਛਪਰੀ ਬਣਾਉਣ ਵਾਲਾ ਹੈ ਸਤਿਗੁਰ। ਜਿਵੇਂ ਰਾਤੀ ਅਸੀਂ ਸਮਝਿਆ ਸੀ ਵੀ ਕਬੀਰ ਸਾਹਿਬ ਦੇ ਬਾਰੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਬੀਰ ਨੂੰ ਇਹ ਨੌਲੇਜ ਆਈ, ਕੋ ਕਬੀਰ ਗੁਰ ਸੋਝੀ ਪਾਈ। ਗੁਰ ਤੋਂ ਸੋਝੀ ਪ੍ਰਾਪਤ ਹੁੰਦੀ ਹੈ। ਮਤ ਕੋਈ ਦੁਨੀਆ ਦਾ ਮਨੁੱਖ ਸਮਝੇ ਕਿ ਸਤਿਗੁਰ ਦੀ ਮੱਤ ਤੋਂ ਬਿਨਾਂ ਮੈਂ ਪਾਰ ਲੰਘ ਜਾਵਾਂਗਾ, ਸਤਿਗੁਰ ਦੀ ਮੱਤ ਤੋਂ ਬਿਨਾਂ ਮੈਂ ਨਾਮ ਜਪ ਲਾਂਗਾ। ਮਤ ਕੋਈ ਸਮਝੇ ਸਤਿਗੁਰ ਦੀ ਮੱਤ ਤੋਂ ਬਿਨਾਂ ਮੈਂ ਰੱਬ ਦੀ ਭਗਤੀ ਕਰ ਲਾਂਗਾ। नहीं हो सकता। बिन सतगुर किने ना पायो, बिन सतगुर किने ना पाया। सतगुर विच आप रखियो कर प्रगट आख सुनाया। समझाता है सतगुर, सतगुर दी मत सच समझाती है। हुण कहंदे ने देखो भाई ज्ञान की आई आंधी, जदों ज्ञान की आंधी आंधी है धरती के जिस मनुख नूं तुसीं कोई झूठ नहीं बोलना चाहिए, बच्चे को झूठ नहीं बोलना चाहिए। कोई गल है, मम्मी पापा रोज़ झूठ बोलते हैं, फ़ोन आता तो मुझे ही बोलते हैं कि तुम बोल दो घर में नहीं है पापा, आप तो झूठ बोलते हैं, मेरे को क्यों मना कर रहे हैं? हुण अनेरी आ रही है उन्होंने, बट ही डज नॉट वांट टू अप्लाई। ज्ञान की आंधी आंधी है, सानू चंगा नहीं लगता। मैं हैरान ये होंदा गुरबाणी अनुसार अर्थ डिस्कस करते पे हाँ, लोगों को मुश्किल हो रही है किहड़े नवे अर्थ कर रहे हैं। असी कौन होंदे हैं नवे अर्थ करने वाले? गुरबाणी नू खोज के पढ़ना है। पढ़िया समझिया सामने आया। सो जदों ज्ञान की आंधी आंदी है, साडे कर्म कांड, साडे पाखंड, साडे अंध विश्वास, जिन्हों असी सच्ची विश्वास ना भावां वाला विश्वास बना के बैठे हाँ, ओदी ना छत, छपरी, छान, बोगस बनाई हुई कानिया दी घास फूस की छत ढह पैंदी है। हुण कहंदे न सब है उडानी भ्रम की टाटी। लोगों को भ्रम है, मैं इंज करांगा इंज हो जाएगा, मैं इंज करांगा उंज हो जाएगा, इंज करन दे नाल इंज हो जाता है, ना फिर वोटी बच्चे पालने नहीं ने, भ्रम है। बड़े लोग आए ने जेड़े वोटी बच्चे पालन लगे सन। जिस पिता नूं पुछो 75 साल का हो गया, तुसीं हुण गुरबाणी जरा खोज के पढ़ लो, सच पासे आ जाओ। कहंदा नहीं बस सोच रहा मुंडे नूं किसी तरह खड़ा कर लवां, ये अपने पैरों ते खड़ा हो जाएगा ना, फिर मैं वेला हो जाऊँगा। मुंडा सोच रहा मैं पुत्र नूं जदों पैरों ते खड़ा कर लंगा, ये कदे पैरों ते नहीं खड़े होंदे ने, भुलेखा है। तू नहीं, तेरे तो पहला हज़ारा करोड़ा पिता आए ते मर के चले गए, लोकी फिर भी रोटी खांदे ने, काहे रे मन चित में उद्यम जां आहार हारजियो भरिया। तैनूं भुलेखा है, तू आहार देना है। भुलेखा भ्रम। किसी नूं भ्रम है जदों मेरा ब्याह हो जाएगा मैनूं खुशी मिलेगी, किसी नूं भ्रम है जदों मेरे घर पुत्र हो जाएगा तो खुशी मिलेगी, किसी नूं भ्रम है किसी तांत्रिक कोल जावांगा, जावांगी वो धागा बांध देगा, काके नूं नज़र नहीं लगेगी, पोतरा एक और हो जाएगा, साढ़े घर सुखी हो जाएगा, बीमारियां आनगियां नहीं। भ्रम है, जैसा मानिया होए ना तैसा माधवे, क्या कहिए भ्रम ऐसा, बस ये भ्रम है। जदों उत्थे पहुँचदे आं ते पता लगदा है कि उत्थे प्यास बुझी कोई नहीं। जदों ऐसा भ्रम पै जाता है, इनू कहते ने भ्रम की टाटी असी सब ने ओढ़ी हुई है। इस टाटी नू हनेरी दे ज्ञान दे नाल तोड़िया, उड़ गई, एकदम उड़ जाती है। सबै उडानी भ्रम की टाटी रह न माया बांधी।
ਤਾਂ ਰਾਤੀ ਅਸੀਂ ਇਹ ਸਮਝ ਰਹੇ ਸਾਂ ਕਿ ਦਰਅਸਲ ਮਾਇਆ ਕਿਸੇ ਚੀਜ਼ ਨੂੰ ਨਹੀਂ ਕਹਿੰਦੇ ਨੇ, ਮਾਇਆ ਮਨੁੱਖ ਦੀ ਆਪਣੀ ਸੋਚ ਹੈ। ਜੇ ਮੈਂ ਕਹਾਂ ਇਹ ਸੰਸਾਰ ਮਾਇਆ ਹੈ ਤੇ ਸੰਸਾਰ ਦੀ ਡੈਫੀਨੇਸ਼ਨ ਤੇ ਕੁਝ ਹੋਰ ਹੈ। ਸੰਸਾਰ ਦੀ ਡੈਫੀਨੇਸ਼ਨ ਹੈ ਸੰਸਾਰ, ਸੰਸਾਰ, ਸੰਸਿਆਂ ਤੋਂ ਉਰੇ ਰਹਿਣਾ ਹੈ। ਨਦੀ ਦੇ ਪਾਰ ਹੋ ਜਾਣਾ, ਪਾਰ ਲੰਘ ਗਏ, ਪਰ ਨਦੀ ਤੋਂ ਉਰੇ ਹੀ ਰਹਿਣਾ, ਪਾਰ ਨਹੀਂ ਗਏ। ਸੰਸੇ ਦੀ ਨਦੀ ਤੋਂ ਉਰੇ ਉਰੇ ਰਹਿਣਾ, ਪਾਰ ਨਾ ਹੋ ਸਕਣਾ, ਸੰਸਾਰ। ਪਰ ਸੰਸਾਰ ਤੋਂ ਜੇ ਅਸੀਂ ਪਾਰ ਹੋ ਜਾਈਏ ਤਾਂ ਠੀਕ, ਵਰਨਾ ਡੁੱਬਦਾ ਡੁੱਬ ਡੁੱਬ ਮਰੀਏ। ਇੱਥੇ ਹੀ ਸੰਸਿਆਂ ਵਿੱਚ ਪਤਾ ਲੱਗਾ ਨਾ ਸੰਸਾਰ ਬਾਹਰ ਹੈ ਨਾ ਸੰਸਾਰ ਅੰਦਰ ਹੈ। ਅੰਦਰ ਤੇ ਲਹੂ ਮਿੱਝ ਹੈ ਨਾ, ਅੰਦਰ ਹੱਡੀਆਂ ਨੇ ਨਾ, ਹਾਡ ਮਾਸ ਨਾੜੀ ਕੋ ਪਿੰਜਰ, ਅੰਦਰ ਸੰਸਾਰ ਨਹੀਂ ਹੈ। ਸੰਸਾਰ ਬਾਹਰ ਨਹੀਂ ਹੈ। ਸੰਸਾਰ ਕਿੱਥੇ ਹੈ? ਸੰਸਾਰ ਹੈ ਵਿੱਚ ਹੈ, ਮੇਰੀ ਸੋਚ ਨਹੀਂ। ਮੈਂ ਇੰਜ ਕਰਾਂਗਾ ਇੰਜ ਹੋ ਜਾਏਗਾ, ਭ੍ਰਮ। ਕਾਮਯਾਬ ਕਿਵੇਂ ਹੋਵਾਂ, ਲੋਕਾਂ ਨੂੰ ਸੈਟੀਸਫਾਈ ਕਿਵੇਂ ਕਰਾਂ, ਕਿਵੇਂ ਪ੍ਰੂਵ ਕਰ ਦਿਆਂ ਕਿ ਮੈਂ ਬਹੁਤ ਫੰਨੇ ਖਾਂ, ਕਿਵੇਂ ਦੁਨੀਆ ਨੂੰ ਦੱਸ ਦਿਆਂ ਮੇਰੇ ਬਿਨਾ ਕੌਮ ਨਹੀਂ ਚੱਲ ਸਕਦੀ, ਕਿਵੇਂ ਦੁਨੀਆ ਨੂੰ ਦੱਸਦਾ ਮੈਨੂੰ ਸਭ ਤੋਂ ਜ਼ਿਆਦਾ ਗਿਆਨ ਹੈ, ਕਿਵੇਂ ਦੁਨੀਆ ਨੂੰ ਦੱਸ ਦਿਆਂ ਮੈਂ ਸਭ ਤੋਂ ਕਾਮਯਾਬ ਸਮਾਰਟ ਇੰਟੈਲੀਜੈਂਟ ਬਿਜ਼ਨਸਮੈਨ ਹਾਂ, ਕਿਵੇਂ ਦੁਨੀਆ ਨੂੰ ਦੱਸ ਦਿਆਂ ਮੈਂ ਉੱਚੀ ਪੜ੍ਹਾਈ ਦੀ ਡਿਗਰੀ ਲੈ ਕੇ ਬੜਾ ਵੱਡਾ ਅਫਸਰ ਹਾਂ। ਬਸ ਇਹ ਹੀ ਭੁਲੇਖਾ, ਇਹ ਭ੍ਰਮ ਜਿਹੜਾ ਉਡਾਇਆ ਹੈ, ਇਹਦੀ ਟਾਟੀ ਟੁੱਟ ਜਾਂਦੀ ਹੈ। ਪਰ ਜਿਸ ਮਨੁੱਖ ਨੂੰ ਗਿਆਨ ਦਾ ਵੀ ਹੰਕਾਰ ਹੋ ਜਾਏ, ਮਾਇਆ ਹੋ ਗਈ। ਇੱਕ ਨੂੰ ਪੈਸੇ ਦਾ ਮਾਣ, ਮਾਇਆ। ਇੱਕ ਨੂੰ ਪੁੱਤਰਾਂ ਦਾ ਮਾਣ, ਮਾਇਆ। ਇੱਕ ਨੂੰ ਜਾਤ ਬਰਾਦਰੀ ਦਾ ਮਾਣ, ਬਾਹੂਬਲ ਦਾ ਮਾਣ, ਕਿਸੇ ਨੂੰ ਸੁੰਦਰਤਾ ਦਾ ਮਾਣ, ਕਿਸੇ ਨੂੰ ਕੋਈ ਮਾਣ, ਕਿਸੇ ਨੂੰ ਇਸੀ ਗੱਲ ਦਾ ਮਾਣ ਮੈਂ ਤੇ 10 ਪੈਗ ਪੀ ਲਾਂ ਮੈਂ ਡਿੱਗਦਾ ਹੀ ਨਹੀਂ, ਕਿਸੇ ਨੂੰ ਗਿਆਨ ਦਾ ਮਾਣ। ਤਾਂ ਗੁਰੂ ਸਾਹਿਬ ਕਹਿੰਦੇ ਨੇ ਠੀਕ ਹੈ, ਤੈਨੂੰ ਪਤਾ ਹੈ ਕਿ ਗਿਆਨ ਕਾ ਬੱਦਾ ਮੰਨ ਰਿਹਾ ਹੈ, ਪਰ ਤੈਨੂੰ ਜਿਹੜਾ ਅੰਦਰੋਂ ਗਿਆਨ ਹੋਣਾ ਸੀ ਉਹ ਤੈਨੂੰ ਸਮਝ ਨਹੀਂ ਆਇਆ। ਇਹ ਗਿਆਨ ਕਾ ਬੱਦਾ ਮੰਨ ਰਿਹਾ, ਤੈਨੂੰ ਅਕਲ ਸਮਝ ਹੈ, ਪਰ ਤੂੰ ਇਸ ਅਨੁਸਾਰ ਨਹੀਂ ਜੀਂਦਾ, ਤੇਰੇ ਰਸਤੇ ਮਾਇਆ ਹੋ ਗਿਆ। ਇਸੀ ਕਰਕੇ ਧਾਰਮਿਕ ਦੁਨੀਆ ਵਿੱਚ ਲੋਕਾਂ ਨੂੰ ਹੋਰਾਂ ਨਾਲੋਂ ਜ਼ਿਆਦਾ ਹੰਕਾਰ ਹੁੰਦਾ ਹੈ। ਸਭ ਹੈ ਉਡਾਨੀ ਭਰਮ ਕੀ ਟਾਟੀ, ਸਾਰਿਆਂ ਨੇ ਆਪਣੇ ਦਿਮਾਗ ਤੇ ਭਰਮ ਦੀ ਟਾਟੀ ਓੜੀ ਹੋਈ ਹੈ। ਇਹ ਟਾਟੀ ਉੜ ਜਾਂਦੀ ਹੈ ਤੇ ਕਹਿੰਦੇ ਨੇ ਗਿਆਨ ਕਾ ਬੱਦਾ ਮੰਨ ਰਿਹਾ, ਤੈਨੂੰ ਸਮਝ ਆ ਗਈ ਹੈ ਤਾਂ ਇੰਝ ਹੈ ਖਰ ਚੰਦਨ ਜਸ ਭਾਰਾ, ਜਿਸ ਤਰ੍ਹਾਂ ਖੋਤੇ ਨੇ ਸਿਰ ਤੇ ਚੰਦਨ ਚੁੱਕਿਆ ਹੋਵੇ। ਇੱਦਾਂ ਜੇਕਰ ਪ੍ਰਚਾਰਕ ਜਾਂ ਵਕਤਾ ਆਪਸ ਵਿੱਚ ਕਰੀ ਜਾਣ, ਸਿਰ ਤੇ ਚੰਦਨ ਚੁੱਕੀ ਰੱਖਣ, ਪਰ ਆਪਣੀ ਸੁਰਤ ਮਤ ਮਨ ਬੁੱਧ ਨਾ ਉਸ ਤਰ੍ਹਾਂ ਐਨੀਵੇਲ ਕਰਨ, ਤਾਂ ਗੁਰੂ ਸਾਹਿਬ ਕਹਿੰਦੇ ਖਰ ਚੰਦਨ ਜਸ ਭਾਰਾ। ਹੁਣ ਕਹਿੰਦੇ ਨੇ ਗਿਆਨ ਕਾ ਬੱਦਾ ਮੰਨ ਰਿਹਾ ਹੈ ਗੁਰ, ਗੁਰ ਭਾਵ ਟੈਕਨੀਕ, ਮੈਥਡ, ਵਿਧੀ, ਤਰੀਕਾ। ਜੋ ਗੱਲ ਦੱਸੀ ਹੈ ਉਸ ਅਨੁਸਾਰ ਜੇ ਤੂੰ ਜੀਵੇ ਨਾ, ਅਵਰ ਉਪਦੇਸ਼ ਹੈ ਆਪ ਨਾ ਕਰੇ ਕਰੇ, ਆਵਤ ਜਾਵਤ ਜਨਮੇ ਮਰੇ, ਤੂੰ ਪਲ ਪਲ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀ ਉਹ ਮਰਦਾ ਰਹੇਗਾ। ਕਹਿੰਦੇ ਨੇ ਗੁਰਬਿਨ ਦਾ ਮਤਲਬ ਇੱਥੇ ਨਿਕਲ ਕੇ ਆਇਆ ਕਿ ਗਿਆਨ ਜੋ ਤੈਨੂੰ ਸਮਝ ਸੀ, ਜੇ ਉਸ ਅਨੁਸਾਰ ਅਮਲੀ ਨਾ ਜੀਵੇਂ, ਉਸ ਵਿਧੀ ਅਨੁਸਾਰ ਜੇ ਨਾ ਜੀਵੇਂ, ਉਸ ਪ੍ਰੈਸਕ੍ਰਿਪਸ਼ਨ ਦੱਸੀ ਮੁਤਾਬਕ ਸੰਜਮ ਨਾਲ ਦਵਾਈ ਜੇ ਨਾ ਖਾਏ, ਗੁਰਬਿਨ ਗਿਆਨ ਨਾ ਹੋਏ, ਤੈਨੂੰ ਅੰਦਰੋਂ ਸੱਚ ਸਮਝ ਨਹੀਂ ਪੈ ਸਕਦਾ, ਤੈਨੂੰ ਅੰਦਰੋਂ ਰੱਬ ਜੀ ਰਿਅਲਾਈਜ਼ ਨਹੀਂ ਹੋ ਸਕਦੇ, ਤੇਰੇ ਅੰਦਰੋਂ ਕੂੜ ਦੀ ਪਾਲ ਨਹੀਂ ਟੁੱਟ ਸਕਦੀ, ਕਿਉਂਕਿ ਤੇਰੇ ਆਪਣੀ ਭਾਂਬੀਰੀ ਕੇ ਪਾਤ ਪਾਰਦਾ ਵਾਂਗੂ ਤੇਰਾ ਇੱਕ ਪਰਦਾ ਤੇਰੇ ਵਿਚਕਾਰ ਲੱਗਾ ਹੋਇਆ। ਇਹ ਪਰਦੇ ਦੀ ਟਾਟੀ ਉੜ ਜਾਂਦੀ ਹੈ ਹਨੇਰੇ ਨਾਲ, ਆਂधी ਦੇ ਨਾਲ। ਰਹਾਉ ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਥੂਨ ਕਹਿੰਦੇ ਨੇ ਉਹ ਪਿਲਰ। ਇੱਕ ਪਿਲਰ ਦੇ ਉੱਤੇ ਕਦੀ ਛੱਤ ਬੀਮ ਠਹਿਰਦੀ ਹੈ, ਇੱਕ ਪਿਲਰ ਉੱਤੇ ਬੀਮ ਨਹੀਂ ਠਹਿਰਦੀ। ਬੀਮ ਨੂੰ ਠਹਿਰਾਉਣ ਵਾਸਤੇ, ਬਲੇਂਡਾ ਨੂੰ ਠਹਿਰਾਉਣ ਵਾਸਤੇ 2 ਪਿਲਰ ਲਾਣੇ ਪੈਂਦੇ ਨੇ। ਠੀਕ ਹੈ ਨਾ ਸਾਧ ਸੰਗਤ ਜੀ, ਕਿ ਬੀਮ 2 ਪਿਲਰਸ ਤੇ ਠਹਿਰਦੀ ਹੈ। ਤਾਂ ਮਨੁੱਖ ਨੇ ਆਪਣੀ ਅਗਿਆਨਤਾ ਦੀ ਜਿਹੜੀ ਬੀਮ ਹੈ, ਬਲੇਂਡਾ, ਡੁਐਲਿਟੀ ਤੇ ਖੜਾ ਕੀਤਾ ਹੋਇਆ, ਦੁਚਿੱਤੀ ਤੇ। ਸਾਧੂ ਵੀ ਭੂਖਾ ਨਾ ਰਹੇ, ਸ਼ੈਤਾਨ ਵੀ ਬੇਜ਼ਾਰ ਨਾ ਹੋ। ਜਿਸ ਵੇਲੇ ਮਰਜ਼ੀ, ਜਦੋਂ ਮਰਜ਼ੀ, ਜੋ ਮਰਜ਼ੀ ਕਰ ਲਓ। ਗੁਰਦੁਆਰੇ ਆਓ ਗੁਰਮੁਖ ਬਣ ਜਾਓ, ਦੁਕਾਨ ਤੇ ਜਾਓ ਹੇਰਾ ਫੇਰੀ ਵਾਲੇ ਮਲਕ ਭਾਗੋ ਬਣ ਜਾਓ।
ਪਾਠ ਕੀਤਾ ਓਕੇ, किसी बच्चे ਨੂੰ गुस्सा करना, क्रोध ਦੇ ਨਾਲ ਕੁੱਤਾ ਬਣ ਜਾਓ, लालच ਦੇ ਨਾਲ मच्छी बन जाओ, जो मर्जी जिथे मर्जी बन जाओ। दुचित्ते की दोए थून गिरानी, ए इंसान। ਤੇ मैं थून बारे पढ़ रहा सी। थून ਦੇ मैंने कई ने कोश ਵਿੱਚ, पर थून ਦਾ ਇੱਕ मैना सी थम्मी, पिलर ਦੇ थल्ले वाली थम्मी। एक मैना लिखा सी पशु ਨੂੰ ਬੰਨਣ वाला किला, थून। एक जगह मैं होर ਲੱਭਿਆ तो मैं पढ़ के हैरान रह गया, थून ਦਾ मैना शरदा भी ਹੁੰਦਾ है। ਤੇ थोड़ा मत्था ठनकदा है। मनुख ने अज्ञानता दी शरदा दी थून पिलर लाए हुए ने। किवें? पिछले दे राती असी सिरलेख समझिया सी, गौड़ी ग्वारेरी श्री कबीर जी के चौपदे 14, चौपदे दे 14 शब्द हैं। 14 दे 14 शब्द मनुख दी अज्ञानता वाले, कर्मा कांडा वाले, अंध विश्वास वालियां दी लड़ी है। मनुख दे अंधविश्वास में मनुख कह रहा मन साफ होना चाहिए, सच्चे दिल और विश्वास और भावना से होना चाहिए, प्राप्त हो जाता है। गुरु साहब कहते हैं कबीर जहाँ ज्ञानता धर्म है, अज्ञानता नाल रब नूं नहीं प्राप्त किया जा सकता। तू अज्ञानता नाल रब नूं जो प्रसाद या पूजा अर्चना बंधन करेगा, जो भी तू उन्हां बारे माला फेरेगा, जो भी तू उन्हां बारे तशबी फेरेगा, जो भी तू उन्हां दे दर ते नंगे पैर जाएगा, ये सारे तेरे मन दे बनाए खेड ने। इनू की कहते हैं? लोगन राम खिलौना जाना। राम ते इयाना नहीं है ना, अग्गे शाह सुजान है, वो सुजान है, इयाना नहीं है। भाई रे राम को चितलाए, जो इयाना नहीं है, जो उसनू मूर्ख नहीं बनाया जा सकता, ते तू इयाना है। अपने बारे सोच। तू अज्ञानता वास कर्म कांड और पाखंड दे नाल हाथ लगा रहा। इनू की कहते हैं? चंचल मत बारक बपरे की सर्प अगन कर मेले। कर कहते हैं हाथ नू। बच्चा अज्ञानता वास चंचल मत होने के कारण सप अते अग नू हथ लांदा रहिंदा है, मां रोकदी है। बस यही तो समझना। अज दा नौजवान कहता है मम्मी मेरे को बहुत लेक्चर मत दिया करो, पापा हर टाइम बोलते रहते हैं, इनको बोल दो मेरे को मत कहा करें। मैं अपने एक्सपीरियंस से सीखूंगा। जब तक साड़ी नौजवान वाली बच्ची अपना एक्सपीरियंस सीखण लगती है, गलत मुंडे कोल फस जाती है, तलाक तक कहानी पहुँच जाती है। जब तक साडा मुंडा अपने एक्सपीरियंस लै रहा होंदा, तां तक एड्स की बीमारी का मरीज हो चुका होंदा है। जब तक साडा बच्चा कहता नहीं मैं पहला शराब और सिगरेट पी पी के बर्बाद हो के एक्सपीरियंस लवांगा, सर्प अगन कर मेले। तेरी मत चंचल है, तैनू नहीं पता, सतगुर की मत लै लै। पर अपने एक्सपीरियंस जेड़े कर रहे हैं ना, इस दे बारे सोचना चाहिए कि सियाणा वो मनुख होंदा जिन्हों दसिया जाए अगे जा रहा, अगे टोआ है, पर पता भी है वेखना चलना है अगे टोआ। गुरबाणी जिंदगी दे मनुख दे बंप सिक दसदी है नू, इत्थे ते तेरे स्पीड ब्रेकर आनगे, इत्थे तेरी कार इंज उछल जाएगी, तेरा जीवन इंज बर्बाद हो जाएगा। माँ प्यो ही तो बच्चे नू दसना चाहते हैं। माँ प्यो दे वास्ते ही बच्चे नू कहते ना गुरुद्वारे आ, बाणी पढ़, खंडे बट की पौल छक, नितनेम करया कर, सवेरे उठ्या कर, सच नाल जुड़। कि रात के 2-2 बजे तक शराबां पार्टियां पी पी के नशे सुता रहना है, तो सोना है, तो फिर अपसैट होकर दोपहरी 12-1-2 बजे उठना है। देख तेरा जीवन बर्बाद हो रहा है। उल्लू राती जागते हैं तो दिहाड़ी सुनते हैं। तू देख मनुख है, यही माँ प्यो दस दिन। बच्चा कहता नहीं मैं पूरी तरह बर्बाद होना है। दुचित्ता मन, बच्चों का दुचित्ता मन, वड्डियां का दुचित्ता मन। ना जे बरादरी च असीं दाज ना लईए तां लोकी कहणगे इन्हां दा मुंडा घटिया होना। ना जे बरादरी च असीं कुड़ी नूं दाज ना दईए तां लोकी कहणगे इन्हां कोल पैसे होणे ही नहीं, ते जे होणगे तां दूजी धी साडी लैणगे नहीं, भी ये ते कंजूस ने माँ प्यो, लै लोकी सानू बैकवर्ड समझणगे। दुचित्ता मन, कदे इधर हो जा कदे उधर हो जा। यार सतगुर दी मत नूं मत्था टेकदे आ रोज एक पासे लगिए। दुचित्ती शरदा दी टेक जिहड़ी असीं रखी हुई है ना, ਇਹਦਾ ਇਹ थून ढह पैंदी है। करके देख लो। नहीं जी नहीं, दिवाली आएगी
ਅਸੀਂ ਅਫਸਰਾਂ ਨੂੰ, ਇਨਕਮ ਟੈਕਸ ਵਾਲੇ ਅਫਸਰਾਂ ਨੂੰ, ਮਿਨਿਸਟਰਾਂ ਨੂੰ ਜਾ ਕੇ ਗਿਫਟ ਦੇਣੇ ਨੇ। ਦੇਣ ਤੋਂ ਬਾਅਦ ਕੀ ਹੋਏਗਾ? ਜ਼ਿਆਦਾ ਕੋਟਾ ਮਿਲੇਗਾ, ਜ਼ਿਆਦਾ ਬਿਜ਼ਨਸ ਮਿਲੇਗਾ, ਜ਼ਿਆਦਾ ਜਿੱਥੇ ਜਿੱਥੇ ਗਲਤੀਆਂ ਕਰਾਂਗੇ ਉਹ ਬਚਾ ਦੇਣਗੇ। ਪਰ ਕਰਨ ਤੋਂ ਬਾਅਦ ਹੋਏਗਾ ਕੀ? ਤੇਰੇ ਕੋਲ 4 ਪਾਸੇ ਜ਼ਿਆਦਾ ਆ ਜਾਣਗੇ। 4 ਪਾਸੇ ਜ਼ਿਆਦਾ ਆ ਜਾਣਗੇ, ਤੇਰਾ ਜੀਵਨ ਆਪਣਾ ਖੁਆਰ ਹੁੰਦਾ ਰਹੇਗਾ। ਤੂੰ ਉਹਦੇ ਵਿੱਚ ਇਤਨੀ ਬੁਰੀ ਤਰ੍ਹਾਂ ਗੁਆਚਿਆ ਰਹੇਗਾ ਦਿਨ ਰਾਤ ਕਿ ਪੈਸਾ ਤੂੰ ਆਪਣੇ ਬੱਚਿਆਂ ਵਾਸਤੇ ਛੋੜ ਦੇਂਗਾ, ਪਰ ਤੇਰੇ ਬੱਚੇ ਦੇਖਣਗੇ ਸਾਡਾ ਪਿਓ ਤੇ ਰਾਤੀ 2-2 3-3 ਵਜੇ ਤੱਕ ਸ਼ਰਾਬਾਂ ਦੀਆਂ ਪਾਰਟੀਆਂ 'ਚ ਬੈਠਾ ਰਹਿੰਦਾ ਸੀ, ਇਸ਼ਕੀ ਮੁਸ਼ਕੀ ਦੇ ਗਾਣੇ ਗੀਤ ਸੁਣ ਕੇ ਡਾਂਸਾਂ 'ਚ ਮਸਤ ਰਹਿੰਦਾ ਸੀ। ਸਾਡੀ ਮੰਮੀ ਸ਼ਾਪਿੰਗ ਕਰਦੀ ਰਹਿੰਦੀ ਸੀ, ਫਿਰ ਫਿਲਮ ਦੇਖਦੇ ਰਹਿੰਦੇ ਸਨ, ਫਿਰ ਘਰ ਆਉਂਦੇ ਸਨ, ਇੱਕ ਦੂਜੇ ਨਾਲ ਲੜਦੇ ਸਨ। ਤੇਰਾ ਬੱਚਾ ਇਹ ਕਰੋੜਾਂ ਜਿਹੜੇ ਤੂੰ ਕਮਾਏ, ਚਾਕਰੀਆਂ, ਚੰਗਿਆਈਆਂ, ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ, ਤੂੰ ਬੱਧਾ ਛੁੱਟਿਆ ਜਿੱਤ, ਇਹਦੇ ਨਾਲ ਤੂੰ ਬਚ ਸਕਦਾ ਸੀ। ਤੂੰ ਘਰ ਸਾਰਾ ਬਰਬਾਦ ਕਰ ਲਿਆ। ਮੰਮੀ ਪਾਪਾ ਕੋਲ ਬੈਠਣ ਦਾ ਟਾਈਮ ਕੋਈ ਨਹੀਂ, ਉਹ ਵਿਚਾਰੇ ਘਰ ਗੋਡੇ ਖੜਕਾਉਂਦੇ ਰੋਂਦੇ ਰਹਿੰਦੇ ਨੇ। ਵੋਟੀ ਬੱਚਿਆਂ ਨਾਲ ਬੈਠਣ ਦਾ ਟਾਈਮ ਨਹੀਂ, ਵੋਟੀ ਨੂੰ ਪਤੀ ਅਤੇ ਸੱਸ ਕੋਲ ਬੈਠਣ ਦਾ ਟਾਈਮ ਨਹੀਂ। ਗੁਰਦੁਆਰੇ ਦਿਖਾਉਣ ਵਾਸਤੇ ਅਸੀਂ ਲੰਗਰ ਸੇਵਾ ਕਰ ਆਏ, ਗੁਰਦੁਆਰੇ ਦਿਖਾਉਣ ਵਾਸਤੇ ਅਸੀਂ ਨਗਰ ਕੀਰਤਨ ਕਰ ਆਏ, ਪਰ ਘਰ ਅਸੀਂ ਕਿਸੇ ਨੂੰ ਪਾਣੀ ਦਾ ਗਲਾਸ ਪੁੱਛਣ ਨੂੰ ਤਿਆਰ ਨਹੀਂ। ਵਕਤ ਨਹੀਂ ਹੈ, ਬਿਜ਼ੀ ਹਾਂ। ਇਹੀ ਭਰਮ ਹੈ, यही दुचित्ती है। कितना तो आसान है साध संगत जी, मुश्किल नहीं है। ये बहुत आसान है, पर धार्मिक जीवन नू इतना मुश्किल बना के पेश किया गया है कि आम बंदा कहता दिस इज़ नॉट माई कप ऑफ टी, तो आम बंदा नरकी जीवन जींदा रहता है दुचित्ती वाला। तुसी सारे प्रकाश उत्सव मना रहे हो ना, मेरा चित करता असी बहुत सारे शब्द ना पढ़ीए, ਇੱਕੋ ਹੀ ਸ਼ਬਦ ਵਿਚਾਰ ਕਰ ਲਈਏ, ਪਰ ਤੁਹਾਡੀ ਜਿਗਿਆਸਾ, ਤੁਹਾਡੀ ਸਿੰਸੀਅਰਿਟੀ, ਤੁਹਾਡੇ ਪਿਆਰ ਦਾ ਮਸ਼ਕੂਰ ਹਾਂ। ਪਰ ਧੰਨਵਾਦੀ ਹੋਵਾਂਗਾ ਜੇ ਰਾਤੀ ਇਸੇ ਇਕਾਗਰਤਾ 'ਚ ਲੜੀ ਜੋੜਨ ਵਾਸਤੇ ਤੁਸੀਂ ਆਓਗੇ। ਜਿਨ੍ਹਾਂ ਦੀ ਸਿੰਸੀਅਰਿਟੀ ਹੋਏਗੀ ਉਹ ਆਉਣਗੇ, ਜਿਨ੍ਹਾਂ ਨੂੰ ਇਸ ਸੱਚ ਨੂੰ ਸੁਣਨ ਦਾ, ਇਸ ਸਾਰੀ ਗੱਲ ਨੂੰ ਸਮਝਣ ਦਾ ਚਿੱਤ ਹੋਏਗਾ ਉਹ ਆਉਣਗੇ। ਅਸੀਂ ਰਾਤੀ ਇਸ ਸ਼ਬਦ ਦੀ ਲੜੀ ਨੂੰ ਅੱਗੇ ਟੋਰਾਂਗੇ। ਹੁਣ ਤੱਕ ਅਸੀਂ ਭਰਮ ਅਤੇ ਦੁਚਿੱਤੀ ਸਮਝੇ ਹਾਂ। ਕਾਸ਼ ਕਿਸੇ ਨੂੰ ਸਮਝ ਆ ਜਾਏ, ਕਿਸੇ ਦਾ ਭਰਮ ਟੁੱਟ ਜਾਏ, ਕਿਸੇ ਦੀ ਦੁਚਿੱਤੀ ਤੋਂ ਇੱਕ ਮਨ ਇੱਕ ਚਿੱਤ ਹੋ ਜਾਏ, ਤਾਂ ਸਾਡਾ ਪ੍ਰਕਾਸ਼ ਉਤਸਵ ਮਨਾਉਣਾ ਸਫਲ ਹੋ ਜਾਏਗਾ।